कि ਜਿਹੜੇ ਵਰਗਾਂ ਦੇ ਆਪਦੇ ਸਵਾਰਥੀ ਹਿੱਤ ਹਨ ਉਹ ਨੇਸ਼ਨ ਦਾ ਸੰਕਲਪ ਦਿੰਦੇ ਨੇ ਤੇ ਨੈਸ਼ਨਲਿਜ਼ਮ ਦਾ ਜਜ਼ਬਾ ਭੜਕਾਉਂਦੇ ਨੇ, ਉਹਦੇ ਆਧਾਰ ਤੇ ਲੋਕਾਂ ਨੂੰ ਆਪਦੇ ਪਿੱਛੇ ਲਾਉਂਦੇ ਨੇ ਤੇ ਇੰਟਰਸਟ ਉਹਨਾਂ ਦੇ ਆਪਦੇ ਹੁੰਦੇ ਆ। ਆਪਣੀ ਹੋਂਦ ਨੂੰ ਬਚਾਉਣ ਦੀਆਂ ਲਹਿਰਾਂ ਨੇ ਉਹਨਾਂ ਦੀ ਜਿਹੜੀ ਅਗਵਾਈ ਯਾਰ ਸਿਧਾਂਤਕ ਤੌਰ ਤੇ ਬੁੱਧੀਮਾਨ ਵਰਗ ਹੀ ਕਰਦਾ ਹੈਗਾ। ਪਰ ਪੰਜਾਬ ਦੇ ਮਾਮਲੇ ਵਿੱਚ ਇਹ ਦੁੱਖ ਨਾਲ ਕਹਿਣਾ ਪੈ ਰਿਹਾ ਵੀ ਸਿੱਖ ਵਿਦਵਾਨਾਂ ਨੇ ਉਸ ਪੱਧਰ ਤੇ ਆਪਣਾ ਯੋਗਦਾਨ ਨਹੀਂ ਪਾਇਆ। ਜਿਸ ਆਈਡੀਓਲੋਜੀ ਦੇ ਨਾਲ ਪਿੱਛੇ ਜੋ ਸੋਚ ਕੰਮ ਕਰ ਰਹੀ ਹੁੰਦੀ ਉਹਨੂੰ ਸਮਝਣਾ ਬਹੁਤ ਜ਼ਰੂਰੀ ਆ। ਸਿੱਖਾਂ ਦੀ ਮਾਈਂਡ ਮੈਨੇਜਮੈਂਟ ਕਰਨੀ ਬਹੁਤ ਜ਼ਰੂਰੀ ਸੀ। ਆਪਣੇ ਧਰਮ ਦੇ ਪ੍ਰਤੀ ਜਿਹੜੀ ਉਹਨਾਂ ਦਾ ਪੈਸ਼ਨ ਆ ਉਹਨੂੰ ਛੱਡ ਕੇ ਜਿਹੜੀ ਇੱਕ ਨੈਸ਼ਨਲਿਸਟਿਕ ਸੋਚ ਆ ਉਹਦੇ ਵੱਲ ਰੈਸ਼ਨੈਲਿਟੀ ਦੇ ਨਾਲ ਸੋਚਣਾ ਸ਼ੁਰੂ ਕਰਨ। ਕਿਸੇ ਕੌਮ ਦੀ ਘੇਰਾਬੰਦੀ ਅਤੇ ਸਿਧਾਂਤਾਂ ਨੂੰ ਢਾਹ ਕਿਸ ਹੱਦ ਤੱਕ ਲਗਾਈ ਜਾ ਸਕਦੀ ਹੈ? ਇਤਿਹਾਸਕਾਰ ਅਜਮੇਰ ਸਿੰਘ ਦੀ ਕਿਤਾਬ ਤੇ ਅਕਾਲ ਚੈਨਲ ਦੀ ਖਾਸ ਪੇਸ਼ਕਸ਼ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ 8 ਜੂਨ ਤੋਂ 13 ਜੂਨ ਤੱਕ ਸ਼ਾਮ 5 ਵਜੇ ਅਕਾਲ ਚੈਨਲ ਦੇ YouTube ਚੈਨਲ ਤੇ। ਜੇ ਕੋਈ ਗੁਰੂ ਨਾਨਕ ਦਾ ਸਿੱਖ ਇਹ ਕਹਿੰਦਾ ਕਿ ਮੈਂ ਤਾਂ ਜੀ ਸਿਰਫ ਨਾਮ ਜਪਣਾ ਆ ਤੇ ਆਪਣਾ ਮੈਂ ਆਪਣਾ ਅੱਗਾ ਸਵਾਰਨਾ, ਮੈਨੂੰ ਰਾਜਨੀਤੀ ਨਾਲ ਕੀ, ਮੈਨੂੰ ਪੋਲੀਟਿਕਸ ਨਾਲ ਕੀ, ਤਾਂ ਮਾਫ ਕਰਨਾ ਫਿਰ ਅਸੀਂ ਗੁਰੂ ਨਾਨਕ ਦੇ ਪੂਰਨ ਸਿੱਖ ਨਹੀਂ ਹੋ ਸਕਦੇ। ਕਿਉਂਕਿ ਗੁਰੂ ਨਾਨਕ ਦਾ ਜਿਹੜਾ ਪੂਰਨ ਸਿੱਖ ਹੈ ਉਹ ਬਾਬਰ ਨੂੰ ਜਾਬਰ ਕਹੂਗਾ। ਧਰਮ ਸਿਰਫ ਉਹ ਬਿਲੀਵਸ ਹੁੰਦੇ ਆ, ਉਹ ਸੈਟ ਆਫ ਬਿਲੀਫ, ਉਹ ਪ੍ਰਿੰਸੀਪਲਸ ਹੁੰਦੇ ਆ ਜਿਨ੍ਹਾਂ ਦੇ ਉੱਤੇ ਚੱਲਦੇ ਹੋਏ ਤੁਸੀਂ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਕਰਦੇ ਆ, ਨਿਰਵਾਹ ਕਰਦੇ ਆ। ਔਰ ਉਹ ਜਿਹੜੇ ਬਿਲੀਵਸ ਨੇ ਉਹ ਵੀ ਰਾਈਟੀਅਸ ਹੋਣੇ ਚਾਹੀਦੇ ਆ। ਗੁਰੂ ਨਾਨਕ ਦਾ ਸਿੱਖ ਜਿਹੜਾ ਉਹ ਗੁਰੂ ਨਾਨਕ ਦਾ ਸਿੱਖ ਆ। ਔਰ ਗੁਰੂ ਨਾਨਕ ਉਹਨਾਂ ਨੂੰ ਕਿਸੇ ਫੋਟੋ ਦੇ ਵਿੱਚ ਬੰਨ੍ਹਣ ਦੀ ਲੋੜ ਕੀ ਆ? ਤੇ ਜਦੋਂ ਅਸੀਂ ਉਹਨਾਂ ਫੋਟੋਆਂ ਨੂੰ ਆਪਣੇ ਘਰ ਦੇ ਵਿੱਚ ਰੱਖ ਕੇ ਮੱਥੇ ਟੇਕਾਂਗੇ ਤਾਂ ਫਿਰ ਅਸੀਂ ਇੱਕ ਪਾੜ ਪਾਉਂਦੇ ਜਾਵਾਂਗੇ। ਇਹ ਫੋਟੋਗ੍ਰਾਫਸ ਹੈ ਨਾ, ਇਹ ਕਰਦੀਆਂ ਕੀ ਆ? ਇਹ ਸਾਡੇ ਮਨ ਦੇ ਵਿੱਚ ਇੱਕ ਛਵੀ ਪੈਦਾ ਕਰ ਦਿੰਦੀਆਂ ਰੂਹਾਨੀਅਤ ਦੀ, ਜਦ ਕਿ ਰੂਹਾਨੀਅਤ ਦਾ ਕੱਪੜਿਆਂ ਨਾਲ ਕੋਈ ਲੈਣ ਦੇਣ ਨਹੀਂ, ਰੂਹਾਨੀਅਤ ਦਾ ਤੁਹਾਡੇ ਚਿਹਰੇ ਨਾਲ ਕੋਈ ਲੈਣ ਦੇਣ ਨਹੀਂ। ਅਗਰ ਤੁਹਾਨੂੰ ਪਰਮਾਤਮਾ ਨੇ ਤੁਹਾਨੂੰ ਅਪਣਾ ਲਿਆ ਨਾ ਤਾਂ ਉਹਨੇ ਆਤਮਾ ਨੂੰ ਅਪਣਾਉਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਦਾਰੇ ਖਾਲਸਾ ਦੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਆਪ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਪਿਛਲੇ ਐਪੀਸੋਡ ਦੇ ਵਿੱਚ ਆਪਾਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਵਿੱਚ ਬੇਨਤੀ ਕਰਕੇ ਅੱਗੇ ਚੱਲੇ ਸੀਗੇ ਕਿ ਸਾਨੂੰ ਉਹਨਾਂ ਦੀ ਜਿਹੜੀ ਵਿਸ਼ਾਲ ਵਿਅਕਤਿਤਵ ਹੈ ਜਾਂ ਉਹਨਾਂ ਦੀ ਜਿਹੜੀਆਂ ਵਿਸ਼ਾਲ ਟੀਚਿੰਗਸ ਦਾ ਜਿਹੜਾ ਇੱਕ ਦਾਇਰਾ ਹੈ, ਆਪਾਂ ਉਹਨਾਂ ਨੂੰ ਆਪਣੇ ਮਤ, ਆਪਣੀ ਬੁੱਧੀ ਦੇ ਅਕੋਰਡਿੰਗ ਸਮਝ ਸਕੀਏ। ਤਾਂ ਕਿ ਮੈਂ ਪਿਛਲੀ ਵਾਰੀ ਵੀ ਬੇਨਤੀ ਕੀਤੀ ਸੀ ਕਿ ਗੁਰੂ ਨਾਨਕ ਪਾਤਸ਼ਾਹ ਆਪਣੇ ਆਪ ਦੇ ਵਿੱਚ ਹੀ ਇੱਕ ਬਹੁਤ ਵੱਡਾ, ਜੇ ਸਿਰਫ ਇੱਕ ਨਾਮ ਨਾਨਕ ਨਾਮ ਨੂੰ ਹੀ ਦੇਖੀਏ ਨਾ, ਤਾਂ ਇੱਕ ਬਹੁਤ ਵੱਡਾ ਵਿਸ਼ਾ ਹੈ। ਔਰ ਉਹਨੂੰ ਆਪਣੀ ਜ਼ੁਬਾਨ ਦੇ ਵਿੱਚ, ਆਪਣੀ ਭਾਸ਼ਾ ਦੇ ਵਿੱਚ ਔਰ ਆਪਣੀ ਮਤ ਦੇ ਅਕੋਰਡਿੰਗ ਇੰਟਰਪ੍ਰੇਟ ਕਰ ਲੈਣਾ ਸੰਭਵ ਨਹੀਂ। ਤਾਂ ਫਿਰ ਅਗਰ ਸਿਰਫ ਨਾਨਕ ਨਾਮ ਨੂੰ ਇੰਟਰਪ੍ਰੀਟੇਸ਼ਨ ਜਿਹੜੀ ਆ ਉਹ ਔਖੀ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਨੂੰ ਐਜ਼ ਅ ਹੋਲ ਇੰਟਰਪ੍ਰੇਟ ਕਰਨਾ ਤਾਂ ਮੈਨੂੰ ਲੱਗਦਾ ਹੈ ਕਿ ਅਸੰਭਵ ਜਿਹੀ ਗੱਲ ਆ। ਆਪਾਂ ਸਿਰਫ ਇੰਨਾ ਕੀ ਕਰਨ ਲਈ ਇਹ ਜਿਹੜਾ ਪ੍ਰੋਗਰਾਮ ਚਲਾ ਰਹੇ ਸੀਗੇ ਕਿ ਜਦੋਂ ਅਸੀਂ ਅਰਦਾਸ ਦੇ ਵਿੱਚ ਜਿਹੜੇ ਅੱਜ ਕੱਲ੍ਹ ਐਪੀਸੋਡ ਜਿਹੜੇ ਹੁਣ ਕਰ ਰਹੇ ਹਾਂ ਉਹਦੇ ਵਿੱਚ ਸਿਰਫ ਸਾਡਾ ਮਕਸਦ ਇੰਨਾ ਸੀ ਕਿ ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ ਜਦੋਂ ਆਪਾਂ ਨਾਮ ਲੈਂਦੇ ਹਾਂ ਅਰਦਾਸ ਦੇ ਵਿੱਚ, ਜਦੋਂ ਅਸੀਂ ਕਹਿੰਦੇ ਹਾਂ ਕਿ ਨਾਨਕ ਲਈ ਧਿਆਏ, ਤਾਂ ਉਹਦਾ ਮਤਲਬ ਕੀ ਆ? ਅਸੀਂ ਕੀ ਜਦੋਂ ਨਾਨਕ ਨੂੰ ਧਿਆਉਣਾ ਆ ਤਾਂ ਅਸੀਂ ਉਹਨਾਂ ਦੇ ਕੋਲ ਬੇਨਤੀ ਕਰਕੇ ਉਹਨਾਂ ਦੇ ਕੋਲੋਂ ਕਿਹੜੀਆਂ ਦਾਤਾਂ ਮੰਗਣੀਆਂ, ਕੀ ਮੰਗਣਾ ਕਿ ਅਸੀਂ ਗੁਰੂ ਨਾਨਕ ਨੂੰ ਧਿਆਉਂਦੇ ਹੋਏ, ਗੁਰੂ ਨਾਨਕ ਨੂੰ ਚੇਤੇ ਕਰਦੇ ਹੋਏ ਅਸੀਂ ਕੀ ਯਾਦ ਰੱਖਣਾ। ਤਾਂ ਇਹਦੇ ਵਿੱਚ ਹੀ ਆਪਾਂ ਪਿਛਲੇ ਐਪੀਸੋਡ ਦੇ ਵਿੱਚ ਗੱਲ ਕਰ ਰਹੇ ਸੀਗੇ ਅਤੇ ਇਹ ਮੈਂ ਤੁਹਾਡੇ ਨਾਲ ਬੇਨਤੀ ਕੀਤੀ ਸੀ ਕਿ ਅਗਰ ਅਸੀਂ ਗੁਰੂ ਨਾਨਕ ਨੂੰ ਕਿਸੇ ਡੈਫੀਨੇਸ਼ਨ ਦੇ ਵਿੱਚ ਬੰਨ੍ਹਣ ਦੀ ਕੋਸ਼ਿਸ਼ ਕਰਾਂਗੇ ਜਾਂ ਅਸੀਂ ਇਸ ਤਰੀਕੇ ਨਾਲ ਕੋਸ਼ਿਸ਼ ਕਰਾਂਗੇ ਕਿ ਗੁਰੂ ਨਾਨਕ ਨੂੰ ਕਿਸੇ ਇੱਕ ਛੋਟੇ ਦਾਇਰੇ ਦੇ ਵਿੱਚ, ਜਿੱਦਾਂ ਕੋਈ ਉਹਨਾਂ ਨੂੰ ਰਿਫੋਰਮਰ ਕਹਿ ਦਿੰਦਾ ਆ, ਕੋਈ ਕਹਿ ਦਿੰਦਾ ਕਿ ਉਹ ਕਿਸੇ ਇੱਕ ਪਰਟੀਕੂਲਰ ਮੂਵਮੈਂਟ ਦੇ ਨਾਲ ਸੀ, ਕੋਈ ਇਹਨਾਂ ਨੂੰ ਸਿਰਫ ਇੱਕ ਧਰਮ ਦੇ ਨਾਲ ਜੋੜ ਦਿੰਦਾ ਹੈ ਕਿ ਧਰਮ ਗੁਰੂ ਸੀ। ਤਾਂ ਅਗਰ ਆਪਾਂ ਇਸ ਤਰੀਕੇ ਨਾਲ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ, ਉਹਨਾਂ ਦੇ ਦਾਇਰੇ ਨੂੰ ਛੋਟਾ ਕਰਕੇ ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ ਫਿਰ ਆਪਾਂ ਉਲਝਦੇ ਜਾਵਾਂਗੇ। ਫਿਰ ਕਦੀ ਵੀ ਅਸੀਂ ਗੁਰੂ ਨਾਨਕ ਦੀਆਂ ਸਿੱਖਿਆਵਾਂ ਤੱਕ ਪਹੁੰਚ ਹੀ ਨਹੀਂ ਪਾਵਾਂਗੇ ਜਦੋਂ ਤੱਕ ਅਸੀਂ ਉਹਨਾਂ ਨੂੰ ਪੂਰਨਤਾ ਦੇ ਵਿੱਚ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ। ਕਿਉਂਕਿ ਗੁਰੂ ਨਾਨਕ ਨਾਮ ਹੀ ਆਪਣੇ ਆਪ ਦੇ ਵਿੱਚ ਸੰਪੂਰਨਤਾ
ਵੱਲ ਇਸ਼ਾਰਾ ਕਰਦਾ, ਏਕ ਵੱਲ ਇਸ਼ਾਰਾ ਕਰਦਾ, ਉਹਦੇ ਬਾਰੇ ਆਪਾਂ ਅੱਜ ਡਿਸਕਸ਼ਨ ਜਿਹੜੀ ਆ ਉਹ ਕਰਾਂਗੇ। ਸੋ ਜਦੋਂ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਬਾਰੇ ਗੱਲ ਕਰਨੀ ਆ, ਜਾਂ ਜਦੋਂ ਅਸੀਂ ਇਹ ਕਹਿਣਾ ਕਿ ਗੁਰੂ ਨਾਨਕ ਲਈ ਧਿਆਏ, ਤਾਂ ਸਾਡੇ ਦਿਮਾਗ ਦੇ ਵਿੱਚ ਰਹਿਣਾ ਚਾਹੀਦਾ ਹੈ ਕਿ ਪਹਿਲੀ ਗੱਲ ਤਾਂ ਇਹ ਕਿ ਗੁਰੂ ਨਾਨਕ ਨੂੰ ਕਿਸੇ ਡੈਫੀਨੇਸ਼ਨ ਦੇ ਵਿੱਚ ਬੰਨ੍ਹਿਆ ਨਹੀਂ ਜਾ ਸਕਦਾ। ਕੋਈ ਵੀ ਅੱਖਰ, ਕੋਈ ਵੀ ਭਾਸ਼ਾ ਗੁਰੂ ਨਾਨਕ ਨੂੰ ਪੂਰਨ ਤੌਰ ਦੇ ਉੱਤੇ ਬਿਆਨ ਕਰ ਦੇਵੇ, ਇਹ ਨਹੀਂ ਹੋ ਸਕਦਾ। ਆਪਾਂ ਉਹਨਾਂ ਦੀ ਜਿਹੜੀ ਪਿਛਲੇ ਐਪੀਸੋਡ ਵਿੱਚ ਆਪਾਂ ਜਿੱਥੇ ਗੱਲ ਸਮੇਟੀ ਸੀਗੀ, ਉਹ ਤੋਂ ਹੀ ਅੱਜ ਅੱਗੇ ਤੋਰਾਂਗੇ ਕਿ ਗੁਰੂ ਨਾਨਕ ਦਾ ਜਦੋਂ ਅਸੀਂ ਨਾਮ ਦਾ ਜ਼ਿਕਰ ਕਰਾਂਗੇ ਨਾ, ਤਾਂ ਸਾਨੂੰ ਚਾਰੇ ਪਾਸੇ ਉਹਨਾਂ ਦੀ ਜਿਹੜੀ 4 ਡਾਇਮੈਂਸ਼ਨਸ ਹੈ ਉਹਦੇ ਵਿੱਚੋਂ ਦੇਖਣਾ ਪਊਗਾ। ਉਹ 4 ਡਾਇਮੈਂਸ਼ਨਸ ਕਿਹੜੀਆਂ? ਇੱਕ ਤਾਂ ਪੋਲੀਟੀਕਲ, ਰਿਲੀਜੀਅਸ, ਸਪਿਰਿਚੁਅਲ ਅਤੇ ਸੋਸ਼ਲ। ਚਾਰੇ ਹੀ ਸਾਨੂੰ, ਅਸੀਂ ਇਹਨਾਂ ਚਾਰਾਂ ਦੇ ਵਿੱਚੋਂ ਗੁਰੂ ਨਾਨਕ ਨੂੰ ਪਾਸੇ ਨਹੀਂ ਕਰ ਸਕਦੇ। ਅਸੀਂ ਇਹ ਨਹੀਂ ਕਹਿ ਸਕਦੇ ਕਿ ਗੁਰੂ ਨਾਨਕ ਨੇ ਸੁਸਾਇਟੀ ਲਈ ਕੁਛ ਕੀਤਾ ਅਤੇ ਉਹ ਰਿਫੋਰਮਰ ਹੋ ਗਏ, ਪੋਲੀਟਿਕਸ ਲਈ ਕੁਛ ਨਹੀਂ ਕੀਤਾ। ਨਹੀਂ, ਉਹਨਾਂ ਨੇ, ਉਹ ਪੋਲੀਟੀਕਲ ਵੀ ਸੀਗੇ। ਅਤੇ ਜੇ ਆਪਾਂ ਉਹਨਾਂ ਨੂੰ ਕਹੀਏ ਕਿ ਉਹ ਪੋਲੀਟੀਕਲ, ਉਹ ਤਾਂ ਸੰਤ ਸੀਗੇ, ਪੋਲੀਟੀਕਲ ਹੋ ਹੀ ਨਹੀਂ ਸਕਦੇ, ਤਾਂ ਇਹ ਨਹੀਂ ਹੈ। ਕਿਉਂਕਿ ਗੁਰੂ ਨਾਨਕ ਦੀ ਫਿਰ ਮੈਂ ਦੁਬਾਰਾ ਉਹੀ ਗੱਲ ਬਿਆਨ ਕਰ ਰਹੀ ਹਾਂ ਕਿ ਗੁਰੂ ਨਾਨਕ ਦੀ ਜਿਹੜਾ ਵਿਅਕਤਿਤਵ ਹੈ, ਜੋ ਗੁਰੂ ਨਾਨਕ ਦੀਆਂ ਟੀਚਿੰਗਸ ਹੈ, ਉਹ ਟੋਟੈਲਿਟੀ ਦੇ ਵੱਲ ਇਸ਼ਾਰਾ ਕਰਦੀਆਂ, ਉਹ ਹੋਲਿਸਟਿਕ ਨੇ, ਉਹ ਸਾਰੇ ਪਾਸਿਆਂ ਤੋਂ ਹੀ ਆਉਂਦੀਆਂ। ਗੁਰੂ ਨਾਨਕ ਦੇ ਸਿੱਖ ਨੂੰ ਸੁਸਾਇਟੀ ਵਾਸਤੇ ਵੀ ਓਨਾ ਹੀ ਰਿਸਪੋਂਸੀਬਲ ਹੋਣਾ ਪਊਗਾ ਜਿੰਨਾ ਉਹਨਾਂ ਨੂੰ ਪੋਲੀਟਿਕਸ ਵਾਸਤੇ ਰਿਸਪੋਂਸੀਬਲ ਹੋਣਾ ਪਊਗਾ, ਔਰ ਈਕੁਅਲੀ ਰਿਲੀਜੀਅਸ ਐਂਡ ਸਪਿਰਿਚੁਅਲਿਟੀ ਵਾਸਤੇ ਵੀ ਰਿਸਪੋਂਸੀਬਲ ਗੁਰੂ ਨਾਨਕ ਦੇ ਸਿੱਖ ਨੂੰ ਹੋਣਾ ਪਊਗਾ। ਜੇ ਕੋਈ ਗੁਰੂ ਨਾਨਕ ਦਾ ਸਿੱਖ ਇਹ ਕਹਿੰਦਾ ਕਿ ਮੈਂ ਤਾਂ ਜੀ ਸਿਰਫ ਨਾਮ ਜਪਣਾ ਆ ਅਤੇ ਮੈਂ ਆਪਣਾ ਅੱਗਾ ਸਵਾਰਨਾ, ਮੈਨੂੰ ਰਾਜਨੀਤੀ ਨਾਲ ਕੀ, ਮੈਨੂੰ ਪੋਲੀਟਿਕਸ ਨਾਲ ਕੀ, ਮੈਂ ਇਹ ਪੋਲੀਟੀਕਲ ਹਾਂ, ਤਾਂ ਮਾफ़ ਕਰਨਾ, ਫਿਰ ਅਸੀਂ ਗੁਰੂ ਨਾਨਕ ਦੇ ਪੂਰਨ ਸਿੱਖ ਨਹੀਂ ਹੋ ਸਕਦੇ। ਕਿਉਂਕਿ ਗੁਰੂ ਨਾਨਕ ਦਾ ਜਿਹੜਾ ਪੂਰਨ ਸਿੱਖ ਹੈ, ਉਹ ਗੁਰੂ ਨਾਨਕ ਦੇ ਕੋਲੋਂ ਜਿਹੜਾ ਓਟ ਆਸਰਾ ਲੈ ਕੇ, ਉਹਨਾਂ ਦੀ ਇੱਕ ਸੇਧ ਲੈ ਕੇ ਉਹ ਬਾਬਰ ਨੂੰ ਜਾਬਰ ਕਹੂਗਾ, ਅਤੇ ਜਦੋਂ ਉਹ ਬਾਬਰ ਨੂੰ ਜਾਬਰ ਕਹੂਗਾ ਤਾਂ ਉਹ ਆਪਣੇ ਆਪ ਪੋਲੀਟੀਕਲ ਹੋ ਗਿਆ। ਫਿਰ ਤੁਸੀਂ ਇਹ ਪੋਲੀਟੀਕਲ ਨਹੀਂ ਹੋ ਸਕਦੇ। ਫਿਰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਤਾਂ ਇਹ ਪੋਲੀਟੀਕਲ ਹਾਂ ਕਿਉਂਕਿ ਅਸੀਂ ਸਿਰਫ ਨਾਮ ਜਪਣਾ ਆ। ਨਾਮ ਜਪਣਾ ਆ, ਉਹ ਇੱਕ ਡਾਇਮੈਂਸ਼ਨ ਆ, ਪਰ ਉਹਦੇ ਨਾਲ ਤੁਹਾਡਾ ਹਰ ਇੱਕ ਚੀਜ਼ ਦੇ ਉੱਪਰ, ਜਿੱਥੇ ਕਿਤੇ ਵੀ ਹਿਊਮਨ ਰਾਈਟਸ ਦਾ ਘਾਣ ਹੋ ਰਿਹਾ ਆ, ਤੁਹਾਡਾ ਉਹਦੇ 'ਤੇ ਆਵਾਜ਼ ਚੱਕਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਤੁਹਾਡਾ ਆਪਣੇ ਘਰ ਦੇ ਵਿੱਚ ਬੈਠ ਕੇ ਗੁਰਬਾਣੀ ਸਿਮਰਨਾ, ਨਾਮ ਸਿਮਰਨਾ, ਓਨਾ ਹੀ ਜ਼ਰੂਰੀ ਤੁਹਾਡੇ ਲਈ ਹਮੇਸ਼ਾ ਆਵਾਜ਼ ਚੱਕਣਾ ਹੋਊਗਾ। ਕਿਉਂਕਿ ਗੁਰੂ ਨਾਨਕ ਦੀ ਸਿੱਖੀ ਜਿਹੜੀ ਹੈ, ਫਿਰ ਉਹੀ ਗੱਲ ਰਿਪੀਟ ਕਰ ਰਹੀ ਹਾਂ ਕਿ ਉਹ ਟੋਟੈਲਿਟੀ ਦੀ ਗੱਲ ਕਰਦੀ ਹੈ। ਗੁਰੂ ਨਾਨਕ ਦਾ ਸਿੱਖ ਜਿਹੜਾ ਹੈ ਉਹਨੂੰ ਇਹ ਖੁੱਲ੍ਹ ਨਹੀਂ ਆ ਕਿ ਜਿਹਦਾ ਤੇਰੇ ਸਾਹਮਣੇ ਕਿਸੇ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਹੋਈ ਜਾਵੇ, ਲੋਕਾਂ ਨੂੰ ਵੱਢ ਕੇ ਸੁੱਟਿਆ ਜਾਵੇ, ਪਰ ਤੂੰ ਆਪਣੇ ਕਮਰੇ ਦੇ ਵਿੱਚ ਬੈਠਾ ਅਤੇ ਪਾਠ ਪੂਜਾ ਕਰੀ ਜਾ। ਇਹ ਸਾਨੂੰ ਅਲਾਊਡ ਨਹੀਂ ਹੈ, ਔਰ ਇਹ ਗੁਰੂ ਨਾਨਕ ਹੀ ਦੱਸਦੇ ਆ। ਤਾਂ ਹੀ ਤਾਂ ਉਹ ਜਾ ਕੇ ਜਦੋਂ ਸਿੱਧਾਂ ਨੂੰ ਕਹਿੰਦੇ ਆ ਨਾ ਕਿ ਤੁਸੀਂ ਆਪ ਤਾਂ ਚੜ੍ਹ ਗਏ ਉੱਪਰ ਸੁਮੇਰ ਪਰਬਤ ਦੇ ਉੱਤੇ, ਅਤੇ ਫਿਰ ਜਿਹੜੇ ਥੱਲੇ ਜੋ ਅਧਰਮ ਹੋ ਰਿਹਾ ਉਹਨੂੰ ਕੌਣ ਸਮੇਟੂਗਾ, ਹੈ ਨਾ, ਉਹਨੂੰ ਕੌਣ ਸੁਧਾਰੂਗਾ, ਉਹਦਾ ਉਧਾਰ ਕੌਣ ਕਰੂਗਾ ਜੇ ਤੁਸੀਂ ਉੱਪਰ ਚੱਲ ਗਏ ਤੇ। ਸੋ ਗੁਰੂ ਨਾਨਕ ਪਾਤਸ਼ਾਹ ਬੇਸਿਕਲੀ ਸਾਨੂੰ ਇਹ ਜਿਹੜਾ ਅੰਜਨ ਮਾਹੇ ਨਿਰੰਜਨ ਰਹੀਏ ਵਾਲੀ ਗੱਲ ਹੈ ਨਾ, ਉਹਦੇ ਉੱਤੇ ਚੱਲਣ ਦਾ ਇੱਕ ਰਾਸਤਾ ਦੱਸਦੇ ਆ। ਅਤੇ ਜਦੋਂ ਅਸੀਂ ਗੁਰੂ ਨਾਨਕ ਪਾਤਸ਼ਾਹ ਦੀ ਗੱਲ ਕਰਾਂਗੇ, ਸਾਨੂੰ ਇਹ ਪੂਰੀ ਟੋਟੈਲਿਟੀ ਦੀ ਗੱਲ ਕਰਨੀ ਪਊਗੀ। ਹੁਣ ਬਹੁਤ ਸਾਰੇ, ਜਦੋਂ ਮੈਂ ਅਗੇਨ ਦੁਬਾਰਾ ਫਿਰ ਉੱਥੇ ਆਈਏ, ਪੋਲੀਟੀਕਲ ਐਂਡ ਜਿਹੜਾ ਸੋਸ਼ਲ ਹੈ, ਉਹ ਆਪਾਂ ਅਗਲੇ ਐਪੀਸੋਡ ਦੇ ਵਿੱਚ ਮੁੱਦਾ ਉਹਦੇ ਉੱਤੇ ਡਿਸਕਸ ਕਰਾਂਗੇ। ਅੱਜ ਦਾ ਜਿਹੜਾ ਮੁੱਦਾ ਹੈ ਉਹ ਹੈਗਾ ਕਿ ਜਦੋਂ ਆਪਾਂ ਗੁਰੂ ਨਾਨਕ ਦੀ ਆਪਾਂ ਗੱਲ ਕਰਦੇ ਹਾਂ, ਅਸੀਂ ਕਹਿੰਦੇ ਹਾਂ ਕਿ ਉਹ ਰਿਲੀਜੀਅਸ ਵੀ ਅਤੇ ਸਪਿਰਿਚੁਅਲਿਟੀ ਵਿੱਚ ਵੀ ਆਪਾਂ ਨੂੰ ਸੇਧ ਦਿੰਦੇ ਆ ਕਿ ਤੁਸੀਂ ਰਿਲੀਜੀਅਸ ਵੀ ਹੋਣਾ ਹੈ ਔਰ ਸਪਿਰਿਚੁਅਲੀ ਵੀ ਅਵੇਅਰ ਹੋਣਾ ਹੈ। ਉਹਦਾ ਕੀ ਮਤਲਬ ਹੈ? ਬਹੁਤ ਸਾਰੇ ਲੋਕਾਂ ਦਾ ਇਹ ਕੁਐਸਚਨ ਹੁੰਦਾ ਆ ਕਿ ਰਿਲੀਜਨ ਅਤੇ ਸਪਿਰਿਚੁਅਲਿਟੀ ਦੇ ਵਿੱਚ ਡਿਫਰੈਂਸ ਕੀ ਆ, ਅਸੀਂ ਕਿੱਥੇ ਮਾਤ ਖਾਂਦੇ ਹਾਂ, ਜਾਂ ਕਿੱਥੇ ਇਹ ਅਲੱਗ-ਅਲੱਗ ਕਿਵੇਂ ਹੋ ਜਾਂਦੇ ਆ। ਬਹੁਤ ਸਾਰੇ ਲੋਕ ਮੈਨੂੰ ਪੁੱਛਦੇ ਆ। ਤਾਂ ਅੱਜ ਦਾ ਜਿਹੜਾ ਐਪੀਸੋਡ ਆ, ਮੈਨੂੰ ਲੱਗਦਾ ਕਿ ਆਪਾਂ ਇਸੇ ਚੀਜ਼ ਨੂੰ ਨਿਖਾਰ ਲਈਏ ਤਾਂ ਫਿਰ ਸਾਨੂੰ ਸਮਝਣਾ ਸੌਖਾ ਹੋ ਜਾਊਗਾ ਕਿ ਗੁਰੂ ਨਾਨਕ ਦਾ ਧਰਮ ਅਤੇ ਜਿਹੜੀ ਅਧਿਆਤਮਿਕਤਾ ਆ ਉਹ ਕੀ ਆ ਬੇਸਿਕਲੀ। ਹੁਣ ਸਭ ਤੋਂ ਪਹਿਲੀ ਜਿਹੜੀ ਗੱਲ ਹੈਗੀ ਆ, ਉਹ ਆਉਂਦੀ ਆ ਰਿਲੀਜਨ ਦੀ। ਰਿਲੀਜਨ ਦਾ ਮਤਲਬ ਹੈ ਧਰਮ। ਹੁਣ ਧਰਮ ਕੀ ਹੁੰਦਾ ਹੈ? ਧਰਮ ਉਹ ਸੈੱਟ ਆਫ ਬਿਲੀਵਸ ਐਂਡ ਪ੍ਰੈਕਟਿਸਿਸ ਹੈ ਜਿਨ੍ਹਾਂ ਨੂੰ ਅਪਣਾ ਕੇ ਅਸੀਂ ਆਪਣੀ ਜ਼ਿੰਦਗੀ ਦਾ ਇੱਕ ਰੂਪ ਰੇਖਾ ਤਿਆਰ ਕਰਦੇ ਹਾਂ।
ਉਹ ਔਰ ਉਹਨਾਂ ਸੈੱਟ ਆਫ ਬਿਲੀਵਸ ਦੇ ਵਿੱਚ ਕੁਝ ਲੋਕਾਂ ਦੀ ਸ਼ਰਧਾ ਹੁੰਦੀ ਆ, ਉਹ ਧਰਮ ਹੁੰਦਾ ਆ। ਹੁਣ ਸਾਡੇ ਗੁਰੂ ਨਾਨਕ ਪਾਤਸ਼ਾਹ, ਇਹ ਮੈਂ ਪਿਛਲੀ ਵਾਰੀ ਵੀ ਬੇਨਤੀ ਕੀਤੀ ਸੀਗੀ ਕਿ ਜਦੋਂ ਸਾਨੂੰ ਗੁਰੂ ਨਾਨਕ ਪਾਤਸ਼ਾਹ ਜਿਹੜੇ ਹੈਗੇ ਆ, ਉਹ ਸਾਨੂੰ ਇੱਕ ਰਸਤੇ 'ਤੇ ਚੱਲਣ ਦਾ ਇੱਕ ਮਾਰਗ ਦੱਸ ਦਿੰਦੇ ਆ, ਹੈ ਨਾ, ਕਿ ਅਗਰ ਤੁਸੀਂ ਸਿੱਧ ਗੋਸ਼ਟੀ ਵਿੱਚ ਜਾਣਾ ਤਾਂ ਤੁਸੀਂ ਕਿਸ ਤਰੀਕੇ ਨਾਲ ਗੋਸ਼ਟੀ ਕਰਨੀ ਹੈ। ਜੇ ਤੁਸੀਂ ਕਿਸੇ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਹੁੰਦਾ ਹੋਇਆ ਦੇਖ ਰਹੇ ਹੋ ਤਾਂ ਤੁਸੀਂ ਕਿਸ ਤਰੀਕੇ ਨਾਲ ਆਵਾਜ਼ ਚੱਕਣੀ ਹੈ। ਹੁਣ ਅਗਰ ਤਾਂ ਕਿਉਂਕਿ ਬਾਬਰ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਸਿੱਧਾ ਤਾਂ ਕੁਝ ਕਿਹਾ ਨਹੀਂ ਨਾ, ਤਾਂ ਗੁਰੂ ਨਾਨਕ ਪਾਤਸ਼ਾਹ ਜਾਂ ਉੱਥੋਂ ਸਿੱਧਾ ਨਿਕਲ ਵੀ ਸਕਦੇ ਸੀਗੇ, ਇਹ ਗੱਲ ਆਪਾਂ ਪਿਛਲੇ ਵਾਰੀ ਕੀਤੀ ਹੈ, ਲੇਕਿਨ ਉਹ ਉੱਥੇ ਖੜੇ ਹੁੰਦੇ ਆ, ਉਹ ਬਾਕਾਇਦਾ ਉਹਦੀ ਕਚਹਿਰੀ ਦੇ ਵਿੱਚ ਪੇਸ਼ ਹੋ ਕੇ ਉਹਨੂੰ ਕਹਿੰਦੇ ਆ ਕਿ ਤੂੰ ਗਲਤ ਆ, ਔਰ ਫਿਰ ਚੱਕੀ ਵੀ ਪੀਸਦੇ ਆ, ਹੈ ਨਾ, ਉਹ ਜੇਲ੍ਹ ਵੀ ਕੱਟਦੇ ਆ। ਹੁਣ ਇਸੇ ਚੀਜ਼ ਨੂੰ ਗੁਰੂ ਦਾ ਸਿੱਖ ਜਿਹੜਾ, ਗੁਰੂ ਨਾਨਕ ਪਾਤਸ਼ਾਹ ਦਾ ਸਿੱਖ ਆਪਣੀ ਜ਼ਿੰਦਗੀ ਦੇ ਵਿੱਚ ਕਿੱਦਾਂ ਕਰੂਗਾ? ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਦੀਆਂ ਅੱਖਾਂ ਦੇ ਸਾਹਮਣੇ ਅਗਰ ਕਿਸੇ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਹੈ ਤਾਂ ਹੁਣ ਕਰਮ ਕਰਨ ਵਾਲਾ ਬੰਦਾ ਤਾਂ ਇਹ ਵੀ ਕਹੂਗਾ ਕਿ ਛੱਡੋ, ਮੇਰੀ ਗੱਲ ਥੋੜ੍ਹੀ ਹੈ, ਜਿੱਦਾਂ ਹੋ ਰਿਹਾ ਹੋਗੇ ਨਹੀਂ। ਫਿਰ ਤੁਸੀਂ ਉੱਥੇ ਰੁਕ ਕੇ ਬਾਕਾਇਦਾ ਜਿਹੜਾ ਉਹ ਘਾਣ ਕਰਨ ਵਾਲੇ ਦੇ ਖਿਲਾਫ ਆਵਾਜ਼ ਚੱਕੋਗੇ, ਆਪਣੀ ਆਵਾਜ਼ ਬੁਲੰਦ ਕਰੋਗੇ, ਔਰ ਉਸ ਜਿਹਦੇ ਉੱਤੇ ਅਤਿਆਚਾਰ ਹੋ ਰਿਹਾ ਉਹਦੀ ਮਦਦ ਲਈ ਅੱਗੇ ਆਓਗੇ। ਉਦੋਂ ਤੁਹਾਡਾ ਕਰਮ ਜਿਹੜਾ ਹੈ ਉਹ ਧਰਮ ਹੋ ਗਿਆ, ਕਿਉਂਕਿ ਤੁਸੀਂ ਜੋ ਕੀਤਾ ਉਹ ਗੁਰੂ ਨਾਨਕ ਪਾਤਸ਼ਾਹ ਨੂੰ ਜਵਾਬਦੇਹ ਆਪਣੇ ਆਪ ਨੂੰ ਸਮਝ ਕੇ ਕੀਤਾ, ਉਸ ਸਮੇਂ ਉਹ ਤੁਹਾਡਾ ਜਿਹੜਾ ਕਰਮ ਹੈ ਉਹ ਧਰਮ ਦੇ ਵਿੱਚ ਤਬਦੀਲ ਹੋ ਗਿਆ। ਹੁਣ ਇਹੀ ਗੱਲ ਜਿਹੜੀ ਹੈਗੀ ਆ, ਸਾਨੂੰ ਗੁਰਬਾਣੀ ਦੇ ਵਿੱਚ ਹੀ ਗੁਰੂ ਪਾਤਸ਼ਾਹ ਅਸੀਂ ਆਪਣੀ ਜੀਵਨ ਨਿਰਬਾਹ ਕਿੱਦਾਂ ਕਰਨਾ ਆ, ਅਸੀਂ ਆਪਣੀ ਜ਼ਿੰਦਗੀ ਨੂੰ ਕਿਸ ਤਰੀਕੇ ਨਾਲ ਜੀਣਾ ਆ, ਉਹਦੇ ਬਾਰੇ ਸਾਨੂੰ ਪੁਆਇੰਟਸ ਦਿੰਦੇ ਆ ਗੁਰੂ ਪਾਤਸ਼ਾਹ। ਘਾਲ ਖਾਏ ਕੁਛ ਹੱਥੋਂ ਦੇ, ਹੈ ਨਾ, ਉਹ ਕੀ ਆ ਕਿ ਜਿਹੜਾ ਆਪ ਆਪਣੀ ਮਿਹਨਤ ਕਰਕੇ ਆਪ ਤਾਂ ਖਾਏ ਪਰ ਨਾਲ ਕੁਛ ਅੱਗੇ ਕਿਸੇ ਨੂੰ ਜਿਹੜਾ ਹੋਰ ਲੋੜਵੰਦਾਂ ਦੀ ਵੀ ਮਦਦ ਕਰੇ, ਹੈ ਨਾ। ਹੁਣ ਇਹ ਕੀ ਆ? ਹਰ ਇੱਕ ਬੰਦਾ ਆਪਣੇ ਘਰੋਂ ਕਮਾਉਣ ਲਈ ਨਿਕਲਦਾ ਆ ਔਰ ਕਮਾ ਕੇ ਲੈ ਕੇ ਆਉਂਦਾ, ਉਹ ਕਰਮ ਹੈ। ਪਰ ਸਿੱਖ ਦਾ ਕਰਮ ਕੀ ਆ ਕਿ ਸਿੱਖ ਗਿਆ, ਉਹਨੇ ਕਮਾਇਆ, ਆਪਣੇ ਪਰਿਵਾਰ ਲਈ ਤਾਂ ਲੈ ਕੇ ਆਇਆ, ਪਰ ਉਹਦੇ ਪਾਤਸ਼ਾਹ ਨੇ ਕਿਹਾ ਆ ਕਿ ਆਪਣੇ ਹੱਥੋਂ ਤੈਨੂੰ ਦਾਨ ਵੀ ਕਰਨਾ ਪੈਣਾ, ਲੋੜਵੰਦਾਂ ਨੂੰ ਤੈਨੂੰ ਦੇਣਾ ਵੀ ਪੈਣਾ। ਅਤੇ ਜਦੋਂ ਉਹਨਾਂ ਲੋੜਵੰਦਾਂ ਨੂੰ ਦਊਗਾ ਤਾਂ ਹੁਣ ਉਹ ਕਮਾਈ ਜਿਹੜੀ ਆ, ਉਹ ਘਾਲ ਜਿਹੜੀ ਉਹਦੀ ਹੈ, ਉਹ ਕਰਮ ਨਹੀਂ, ਕਰਮ ਤੋਂ ਤਬਦੀਲ ਹੋ ਕੇ ਧਰਮ ਬਣ ਗਿਆ, ਕਿਉਂਕਿ ਉਹ ਆਪਣੇ ਗੁਰੂ ਨਾਨਕ ਪਾਤਸ਼ਾਹ ਦੇ ਪਾਇਆਂ ਪੂਰਨਿਆਂ ਦੇ ਉੱਤੇ ਚੱਲ ਰਿਹਾ ਆ। ਇਸੇ ਚੀਜ਼ ਨੂੰ ਜਦੋਂ ਗੁਰਬਾਣੀ ਦੇ ਵਿੱਚ ਗੁਰੂ ਪਾਤਸ਼ਾਹ ਕਹਿੰਦੇ ਨੇ ਧੌਲ ਧਰਮ ਦਇਆ ਕਾ ਪੂਤ, ਕਿ ਜਿਹੜਾ ਜਿਸ ਧੌਲ ਦੇ ਉੱਤੇ ਕਹਿੰਦੇ ਨੇ ਨਾ ਕਿ ਧਰਤੀ ਖੜੀ ਹੈ, ਉਹ ਬੇਸਿਕਲੀ ਧੌਲ ਕੀ ਆ? ਉਹ ਕਹਿੰਦੇ ਉਹ ਧਰਮ ਹੈ, ਔਰ ਧਰਮ ਕੌਣ ਹੈ? ਦਇਆ ਕਾ ਪੂਤ। ਸੋ ਗੁਰੂ ਨਾਨਕ ਦਾ ਸਿੱਖ, ਜਦੋਂ ਤੁਸੀਂ ਕਿਸੇ ਨੂੰ ਵੀ ਦੇਖੋਗੇ, ਚਾਹੇ ਉਹਦੇ ਉੱਤੇ ਅਤਿਆਚਾਰ ਹੁੰਦਿਆਂ ਹੋਇਆ ਜਾਂ ਕਿਸੇ ਨੂੰ ਕਿਸੇ ਮੁਸੀਬਤ ਦੇ ਵਿੱਚ, ਅਤੇ ਜੇ ਤੁਹਾਡੇ ਅੰਦਰ ਦਇਆ ਪਨਪਦੀ ਹੈ ਤਾਂ ਫਿਰ ਤੁਹਾਡਾ ਉਹ ਧਰਮ ਬਣ ਗਿਆ, ਕਿਉਂਕਿ ਧਰਮ ਤੁਹਾਡੇ ਆਪਣੇ ਗੁਰੂ ਨੇ, ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਧਰਮ ਦੀ ਪਰਿਭਾਸ਼ਾ ਹੀ ਇਹ ਦਿੱਤੀ ਆ ਕਿ ਉਹ ਦਇਆ ਦਾ ਪੂਤ ਹੈ। ਧੌਲ ਧਰਮ ਦਇਆ ਕਾ ਪੂਤ, ਕਿ ਜਿਸ ਧੌਲ ਦੇ ਉੱਤੇ ਧਰਤੀ ਖੜੀ ਹੈ ਉਹ ਕੀ ਆ? ਉਹ ਧਰਮ ਹੈ, ਔਰ ਧਰਮ ਕੀ ਹੈ? ਦਇਆ ਕਾ ਪੂਤ ਹੈ। ਹੁਣ ਜਿਸ ਸਿੱਖ ਦੇ ਅੰਦਰ ਦਇਆ ਨਹੀਂ ਹੈ, ਚਾਹੇ ਉਹ ਕਿਸੇ ਤਰੀਕੇ ਦੀ ਵੀ ਦਇਆ ਹੋਵੇ, ਚਾਹੇ ਆਪਾਂ ਸਾਡੇ ਬਹੁਤ ਵਾਰੀ ਅਸੀਂ ਇਹੋ ਜਿਹੀਆਂ ਗਲਤੀਆਂ ਅੱਜ ਕੱਲ੍ਹ ਕਰਦੇ ਹਾਂ ਕਿ ਅਸੀਂ ਆਪਣੀ ਇੱਕ ਈਗੋ ਦੇ ਵਿੱਚ ਆ ਕੇ ਅਸੀਂ ਕਹਿੰਦੇ ਛੱਡੋ ਖੜਾ ਉਹ ਜੋ ਉਹਨੂੰ ਉਹਦੀ ਲਾਈਫ 'ਚ ਜੋ ਹੁੰਦਾ ਹੋਈ ਜਾਣ ਦਿਓ। ਪਰ ਜੇ ਸਾਡੇ ਅੰਦਰ ਦਇਆ ਨਹੀਂ ਪਨਪ ਰਹੀ ਨਾ, ਅਤੇ ਉਦੋਂ ਅਸੀਂ ਸਮਝ ਲਈਏ ਕਿ ਅਸੀਂ ਗੁਰੂ ਨਾਨਕ ਤੋਂ ਕੋਸਾਂ ਦੂਰ ਜਾ ਚੁੱਕੇ ਹਾਂ, ਕਿਉਂਕਿ ਜਦੋਂ ਅਸੀਂ ਗੁਰੂ ਨਾਨਕ ਦਾ ਨਾਮ ਲਵਾਂਗੇ, ਸਾਨੂੰ ਜਿਹੜੀ ਦਇਆ ਹੈ ਉਹ ਸਾਡੇ ਅੰਦਰ ਆਉਣੀ ਆ। ਤਾਂ ਜਿਹੜੀ ਪਹਿਲੀ ਚੀਜ਼ ਆਪਾਂ ਗੁਰੂ ਪਾਤਸ਼ਾਹ ਦੇ ਕੋਲੋਂ ਜਦੋਂ ਅਸੀਂ ਕਹਿੰਦੇ ਹਾਂ ਗੁਰੂ ਨਾਨਕ ਲਈ ਧਿਆਏ, ਤਾਂ ਅਸੀਂ ਉਹਨਾਂ ਕੋਲੋਂ ਧਰਮ ਮੰਗਦੇ ਹਾਂ, ਕਿਉਂਕਿ ਗੁਰੂ ਨਾਨਕ ਨੇ ਸਾਨੂੰ ਧਰਮ ਦਿੱਤਾ ਹੈ, ਧਰਮ ਦਾ ਰਾਹ ਦਿੱਤਾ ਹੈ। ਤਾਂ ਧਰਮ ਦਾ ਰਾਹ ਜਿਹੜਾ ਹੈ ਉਹਦੇ ਵਿੱਚ ਸਭ ਤੋਂ ਪਹਿਲੀ ਗੱਲ ਹੀ ਆ ਉਹ ਦਇਆ, ਕਿ ਪਾਤਸ਼ਾਹ ਮੇਰੇ ਅੰਦਰ ਕਦੀ ਵੀ ਮੈਂ ਇੰਨਾ ਹੰਕਾਰਿਆ ਨਾ ਜਾਵਾਂ ਜਾਂ ਮੈਂ ਇੰਨੀ ਹੰਕਾਰੀ ਨਾ ਜਾਵਾਂ ਕਿ ਮੇਰੇ ਅੰਦਰੋਂ ਦਇਆ ਖਤਮ ਹੋਣੀ ਸ਼ੁਰੂ ਹੋ ਜੇ, ਕਿਉਂਕਿ ਜਿੱਥੇ ਦਇਆ ਖਤਮ ਹੋਣੀ ਸ਼ੁਰੂ ਹੋ ਗਈ ਉੱਥੇ ਸਮਝੋ ਕਿ ਆਪਾਂ ਗੁਰੂ ਨਾਨਕ ਦੇ ਰਾਹ ਦੇ ਉੱਤੋਂ ਗੁਰੂ ਨਾਨਕ ਪਾਤਸ਼ਾਹ ਨੇ ਜੋ ਸਾਨੂੰ ਧਰਮ ਦਿੱਤਾ ਹੈ, ਆਪਾਂ ਉਹਦੇ ਤੋਂ ਪਰੇ ਹੁੰਦੇ ਜਾਵਾਂਗੇ। ਸੋ ਇਹਦੇ ਵਿੱਚ ਹੁਣ ਜਿਹੜਾ ਧਰਮ ਹੈ ਬੇਸਿਕਲੀ ਉਹ ਬਿਲੀਵਸ ਆ, ਜਿਹੜਾ ਆਪਾਂ ਗੱਲ ਕਰ ਚੁੱਕੇ। ਜਦੋਂ ਤੁਸੀਂ ਕਿਸੇ ਨੂੰ ਜਿਹੜਾ ਕਰਮ ਤੁਸੀਂ ਇਵੇਂ ਕਰਦੇ ਆ ਕਿ ਤੁਸੀਂ ਕਿਸੇ ਨੂੰ ਜਵਾਬਦੇ ਆ, ਉਹਨਾਂ ਨਿਯਮਾਂ ਨੂੰ ਫੋਲੋ ਕਰਦੇ ਆ। ਹੁਣ ਉਹ ਨਿਯਮ ਵੀ ਜਿਹੜੇ ਉਹ ਕਲਿਆਣਕਾਰੀ ਹੋਣੇ ਚਾਹੀਦੇ ਆ, ਜਿੱਦਾਂ ਦਇਆ
ਦਇਆ ਜਿਹੜੀ ਹੈ, ਹੁਣ ਦਇਆ ਦੇ ਵਿੱਚੋਂ ਹੀ ਬਹੁਤ ਕੁਝ ਨਿਕਲ ਕੇ ਆਉਂਦਾ ਆ। ਦਇਆ ਦੇ ਵਿੱਚੋਂ ਹੀ ਤੁਹਾਡਾ ਇੱਕ ਜਿਹੜਾ ਨਿਰਵੈਰ ਦੀ ਸਥਿਤੀ ਆ ਉਹ ਨਿਕਲ ਕੇ ਆਉਂਦੀ ਆ। ਤੁਸੀਂ ਨਿਰਵੈਰ ਉਦੋਂ ਹੀ ਹੁੰਦੇ ਆ ਜਦੋਂ ਤੁਹਾਡੇ ਅੰਦਰ ਦਇਆ ਆ। ਔਰ ਦਇਆ ਸਾਰਿਆਂ ਲਈ ਬਰਾਬਰ ਹੋਣੀ ਚਾਹੀਦੀ ਆ। ਇਹ ਨਹੀਂ ਕਿ ਕੋਈ ਮੇਰੇ ਵਰਗਾ ਦਿਖਦਾ ਆ ਤਾਂ ਮੈਨੂੰ ਉਹਦੇ ਨਾਲ ਹੀ ਦਇਆ ਹੋਵੇ ਜਾਂ ਮੈਨੂੰ ਉਹਦੇ ਨਾਲ ਹੀ ਮੋਹ ਹੋਵੇ ਜਾਂ ਉਹਦੇ ਨਾਲ ਹੀ ਪਿਆਰ ਹੋਵੇ। ਨਹੀਂ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਬੜਾ ਕਲੀਅਰ ਕਰ ਦਿੱਤਾ, ਧੌਲ ਧਰਮ ਦਇਆ ਕਾ ਪੂਤ। ਹੁਣ ਜਿਹੜੀ ਧਰਤੀ ਆ ਉਹ ਤਾਂ ਸਾਰਿਆਂ ਦਾ ਹੀ ਭਾਰ ਚੁੱਕ ਕੇ ਬੈਠੀ ਹੈ ਨਾ, ਅਕ੍ਰਿਤ ਗਣਾਂ ਦਾ ਵੀ ਭਾਰ ਚੁੱਕ ਕੇ ਬੈਠੀ ਆ। ਔਰ ਜਦੋਂ ਆਪਾਂ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕਰਕੇ ਦਇਆ ਦੀ ਉਹਨਾਂ ਨੂੰ ਕਹਾਂਗੇ ਕਿ ਸਾਡੇ ਅੰਦਰ ਇੱਕ ਐਸਾ, ਹੁਣ ਦਇਆ ਕਿਹਦੇ ਅੰਦਰ ਹੋ ਸਕਦੀ ਹੈ? ਜਿਹੜਾ ਆਪਣੇ ਆਪ 'ਚ ਕੰਪਲੀਟ ਹਿਊਮਨ ਬੀਇੰਗ ਹੋਊਗਾ, ਜਿਹਨੂੰ ਕਿਸੇ ਨਾਲ ਕੋਈ ਵੈਰ ਨਹੀਂ ਔਰ ਉਹਨੂੰ ਡਰ ਵੀ ਕਿਸੇ ਦਾ ਨਹੀਂ। ਕਿਉਂਕਿ ਜੇ ਡਰ ਹੋਇਆ ਤਾਂ ਫਿਰ ਤੁਸੀਂ ਦਇਆ ਨਹੀਂ ਕਰ ਸਕਦੇ, ਫਿਰ ਤੁਸੀਂ ਆਪਣੇ ਆਪ ਨੂੰ ਬਚਾਉਣ ਦੇ ਵੱਲ ਤੁਰੇ ਫਿਰੋਗੇ ਕਿ ਮੈਨੂੰ ਕੋਈ ਕੁਛ ਨਾ ਕਹਦੇ। ਜੇ ਤੁਸੀਂ ਡਰਦੇ ਆ ਤੇ ਫਿਰ ਆਪਾਂ ਭੱਜੇ ਫਿਰਾਂਗੇ ਕਿ ਨਹੀਂ ਮੈਨੂੰ ਕੋਈ ਕੁਛ ਨਾ ਕਹਦੇ। ਅਸੀਂ ਅਗਰ ਅੱਜ ਆਪਾਂ ਬਹੁਤੀਆਂ ਥਾਵਾਂ ਦੇ ਉੱਤੇ ਦੇਖੀਏ ਤਾਂ ਜਿਹੜੇ ਬੜੀਆਂ ਜਗ੍ਹਾ ਦੇ ਉੱਤੇ ਜਿੱਥੇ ਮਨੁੱਖੀ ਅਧਿਕਾਰਾਂ ਦਾ ਘਾਣ ਹੁੰਦਾ ਆ ਤਾਂ ਉਹ ਜਿਹੜੇ ਘਾਣ ਕਰਨ ਵਾਲੇ ਆਪ ਤਾਂ ਨਹੀਂ ਕਰਦੇ, ਉਹ ਆਪਣੇ ਅੱਗੇ ਫੌਜ ਲਾਉਂਦੇ ਆ। ਔਰ ਫੌਜ ਉਹਨਾਂ ਦਾ ਅੰਨ੍ਹੇਵਾਹ ਜਿਹੜਾ ਉਹਨਾਂ ਨੂੰ ਦਿੱਤਾ ਜਾਂਦਾ ਹੁਕਮ, ਉਹ ਕਿਉਂ ਮੰਨਦੀ ਆ? ਕਿਉਂਕਿ ਉਹ ਡਰੇ ਹੋਏ ਲੋਕ ਨੇ। ਉਹਨਾਂ ਨੂੰ ਇਹ ਆ ਕਿ ਜੇ ਅਸੀਂ ਇਹ ਭਾਵੇਂ ਉਹ ਗਲਤ ਹੀ ਕਿਉਂ ਨਹੀਂ ਦੇ ਰਹੇ ਹੁਕਮ, ਪਰ ਜੇ ਉਹ ਹੁਕਮ ਅਸੀਂ ਨਾ ਮੰਨੇ ਤਾਂ ਫਿਰ ਸਾਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਸਾਡੇ ਬੱਚਿਆਂ ਨੂੰ ਪਾਲਣ ਦੇ ਵਿੱਚ ਸਾਨੂੰ ਔਖਾ ਹੋ ਜਾਊਗਾ, ਸਾਨੂੰ ਨੌਕਰੀ ਤੋਂ ਕੱਢਤਾ ਜਾਊਗਾ, ਹੋ ਸਕਦਾ ਸਾਨੂੰ ਜੇਲ੍ਹ ਵੀ ਹੋ ਜੇ। ਉਦੋਂ ਫਿਰ ਉਹ ਭੈ ਆ ਗਿਆ, ਉਦੋਂ ਫਿਰ ਨਿਰਭਉ ਨਹੀਂ ਰਹੇ। ਔਰ ਇਸੇ ਭੈ ਦੇ ਕਰਕੇ ਹੀ ਜਿਹੜਾ ਹੈ ਉਹ ਦਇਆ ਮਾਈਨਸ ਹੁੰਦੀ ਜਾਂਦੀ ਆ। ਨਹੀਂ ਤਾਂ ਜਿਹੜੇ ਅੱਜ ਵੀ ਜਦੋਂ ਆਪਾਂ ਆਪਣੇ ਫਾਰਮਰ ਪ੍ਰੋਟੈਸਟ ਦੀ ਵੀ ਗੱਲ ਕਰੀਏ ਤਾਂ ਅਸੀਂ ਉੱਥੇ ਦੇਖਦੇ ਹਾਂ ਕਿ ਕਿੰਨੇ ਹੀ ਜਿਹੜੇ ਪੁਲਿਸ ਵਾਲੇ ਆ ਜਾਂ ਜਿਹੜੇ ਉੱਥੇ ਪੈਰਾਮਿਲਟਰੀ ਫੋਰਸਿਸ ਵੀ ਲੱਗੀਆਂ, ਉਹਨਾਂ ਵਿੱਚੋਂ ਬਹੁਤੇ ਜਿਹੜੇ ਉਹ ਫਾਰਮਰਸ ਦੇ ਹੀ ਬੱਚੇ ਆ, ਬਹੁਤੇ, ਕਿਉਂਕਿ ਰਾਜਨੇਤਾ ਲੋਕਾਂ ਦੇ ਬੱਚੇ ਕਦੀ ਪੁਲਿਸ ਜਾਂ ਫੌਜ 'ਚ ਨਹੀਂ ਜਾਂਦੇ। ਤਾਂ ਇਹ ਜਿਹੜੇ ਉੱਥੇ ਲੱਗੇ ਹੋਏ ਉਹ ਉਹਨਾਂ ਕਿਸਾਨਾਂ ਦੇ ਹੀ ਬੱਚੇ ਆ। ਪਰ ਫਿਰ ਵੀ ਜਦੋਂ ਲਾਠੀ ਚਾਰਜ ਦਾ ਹੁਕਮ ਹੁੰਦਾ ਉਹ ਲਾਠੀ ਚਾਰਜ ਕਰਦੇ ਆ। ਕਿਉਂ? ਕਿਉਂਕਿ ਉਹਨਾਂ ਨੂੰ ਇਹ ਡਰ ਹੈ ਕਿ ਅਗਰ ਅਸੀਂ ਨਾ ਲਾਠੀ ਚਾਰਜ ਕੀਤਾ ਸਾਡੀ ਨੌਕਰੀ ਖਤਰੇ 'ਚ ਪੈ ਜਾਣੀ ਹੈ। ਹੁਣ ਅਗਰ ਉਹ ਨਿਰਭਉ ਹੁੰਦੇ, ਗੁਰੂ ਨਾਨਕ ਦੀ ਸਿੱਖੀ ਉਹਨਾਂ ਦੇ ਅੰਦਰ ਹੁੰਦੀ ਔਰ ਉਹ ਨਿਰਭਉ ਹੁੰਦੇ ਤਾਂ ਉਹ ਕਹਿੰਦੇ ਕਿ ਜਿਹੜੀ ਚੀਜ਼ ਜਾਂਦੀ ਹੈ ਜਾਵੇ, ਪਰ ਮੈਂ ਕਿਸੇ ਕਮਜ਼ੋਰ ਦੇ ਉੱਤੇ ਜਾਂ ਮੈਂ ਕਿਸੇ ਮਜ਼ਲੂਮ ਦੇ ਉੱਤੇ ਅਤਿਆਚਾਰ ਨਹੀਂ ਕਰਨਾ ਜਾਂ ਮੈਂ ਕਿਸੇ ਬੇਗੁਨਾਹ ਦੇ ਉੱਤੇ ਅਤਿਆਚਾਰ ਨਹੀਂ ਕਰਨਾ। ਉਹ ਦਇਆ ਉਹਨਾਂ ਦੇ ਅੰਦਰ ਪਣਪਣੀ ਸੀਗੀ, ਪਰ ਉਹ ਨਹੀਂ ਪਣਪੀ ਕਿਉਂਕਿ ਉੱਥੇ ਭੈ ਆ ਗਿਆ। ਔਰ ਭੈ ਦੇ ਵਿੱਚੋਂ ਹੁਣ ਜਦੋਂ ਉਹਨਾਂ ਨੇ ਲਾਠੀ ਚਾਰਜ ਕੀਤਾ, ਇੱਧਰੋਂ ਰਿਟੈਲੀਏਟ ਹੋਇਆ ਤਾਂ ਆਪਣੇ ਆਪ ਹੀ ਵੈਰ ਬਣ ਗਿਆ। ਸੋ ਨਿਰਭਉ ਅਤੇ ਨਿਰਵੈਰ ਆਪਸ 'ਚ ਕਨੈਕਟਡ ਨੇ, ਜੋ ਕਿ ਗੁਰੂ ਨਾਨਕ ਦੀ ਸਿੱਖੀ ਦੇ ਵਿੱਚੋਂ ਆਪਾਂ ਨੂੰ ਇੱਕ ਬਹੁਤ ਵੱਡਾ ਫਲਸਫਾ ਮਿਲਦਾ ਆ। ਹੁਣ ਇਹਦੇ ਵਿੱਚ ਫਿਰ ਉੱਥੇ ਹੀ ਗੱਲ ਆ ਗਈ, ਆਪਾਂ ਧਰਮ ਦੀ ਹੀ ਗੱਲ ਕਰ ਰਹੇ ਸੀਗੇ। ਅਤੇ ਜਦੋਂ ਆਪਾਂ ਗੁਰੂ ਨਾਨਕ ਪਾਤਸ਼ਾਹ ਨੂੰ ਦਾ ਨਾਮ ਅਰਦਾਸ ਦੇ ਵਿੱਚ ਲਿਆ ਕਰੀਏ ਤਾਂ ਸਭ ਤੋਂ ਪਹਿਲਾਂ ਝੋਲੀ ਅੱਡ ਕੇ ਕਿਆ ਕਰੀਏ, ਪਾਤਸ਼ਾਹ ਸਾਨੂੰ ਧਰਮ ਦੀ ਦਾਤ ਬਖਸ਼। ਔਰ ਧਰਮ ਜਿਹੜਾ ਹੈ, ਮੈਂ ਪਿਛਲੀ ਵਾਰੀ ਵੀ ਬੇਨਤੀ ਕੀਤੀ ਸੀਗੀ ਕਿ ਬਹੁਤ ਸਾਰੇ ਲੋਕ ਜਿਹੜੇ ਨੇ, ਖਾਸ ਤੌਰ 'ਤੇ ਜਿਹੜੇ ਖੱਬੇ ਪੱਖੀ ਜਿਹੜੇ ਲੋਕ ਹੁੰਦੇ ਆ, ਉਹਨਾਂ ਨੇ ਧਰਮ ਨੂੰ ਇਸ ਤਰੀਕੇ ਨਾਲ ਪ੍ਰਚਾਰਿਆ ਹੈ। ਕੁਛ ਕੁ ਸਾਡੇ ਆਪਣੇ ਲੋਕਾਂ ਦੀ ਵੀ ਜਿਹੜੀ ਨਲਾਇਕੀ ਲਾ ਲਓ ਜਾਂ ਅਨਪੜ੍ਹਤਾ ਲਾ ਲਓ, ਜਿਹੜੀ ਉਹ ਰਹੀ ਕਿ ਉਹਨਾਂ ਦੀਆਂ ਗੱਲਾਂ ਉਹਨਾਂ ਨੂੰ ਐਜ਼ ਇਟ ਇਜ਼ ਹੀ ਆਉਣ ਦਿੱਤੀਆਂ। ਧਰਮ ਨੂੰ ਬਹੁਤ ਹੀ ਨੈਗੇਟਿਵ ਜਿਹੜਾ ਕਨੋਟੇਸ਼ਨ ਦੇ ਨਾਲ ਦਿੱਤਾ ਆ। ਧਰਮ ਧਰਮ ਇਹ ਨਹੀਂ ਹੈ ਕਿ ਜੇ ਤੁਸੀਂ ਜਿਹਦੀ ਗੱਲ ਖੱਬੇ ਪੱਖੀ ਲੋਕ ਕਹਿੰਦੇ ਉਹ ਅਧਿਆਤਮ ਹੈ, ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਪਰ ਧਰਮ ਸਿਰਫ ਉਹ ਬਿਲੀਵਸ ਹੁੰਦੇ ਆ, ਉਹ ਸੈੱਟ ਆਫ ਬਿਲੀਫ, ਉਹ ਪ੍ਰਿੰਸੀਪਲਸ ਹੁੰਦੇ ਆ ਜਿਨ੍ਹਾਂ ਦੇ ਉੱਤੇ ਚੱਲਦੇ ਹੋਏ ਤੁਸੀਂ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਕਰਦੇ ਆ, ਨਿਰਬਾਹ ਕਰਦੇ ਆ। ਔਰ ਉਹ ਜਿਹੜੇ ਬਿਲੀਵਸ ਨੇ ਉਹ ਵੀ ਰਾਈਟੀਅਸ ਹੋਣੇ ਚਾਹੀਦੇ ਆ, ਉਹ ਵੀ ਕਲਿਆਣਕਾਰੀ ਹੋਣੇ ਚਾਹੀਦੇ ਆ, ਮਨੁੱਖਤਾ ਦੇ ਵਾਸਤੇ ਹੋਣੇ ਚਾਹੀਦੇ ਆ। ਇਹ ਨਹੀਂ ਹੋ ਸਕਦਾ, ਹਾਂ ਕਿਸੇ ਦਾ ਧਰਮ ਇਹ ਹੋ ਵੀ ਸਕਦਾ ਹੈ, ਉਹ ਕਿਸੇ ਦੀ ਆ, ਪਰ ਇਹ ਸਿੱਖੀ ਦੀ ਗੱਲ ਨਹੀਂ ਹੋ ਸਕਦੀ ਕਿ ਤੁਸੀਂ ਕਿਸੇ ਨੂੰ ਮਾਰ ਦਿਓ ਤਾਂ ਉਹ ਕਈਆਂ ਦਾ ਕਿਸੇ ਦਾ ਧਰਮ ਉਹ ਵੀ ਹੋ ਸਕਦਾ, ਪਰ ਉਹ ਉਹਨਾਂ ਦੀ ਪ੍ਰੋਬਲਮ ਹੋਊਗੀ, ਆਪਣੀ ਨਹੀਂ। ਸਿੱਖੀ ਦੇ ਵਿੱਚ ਇਹ ਗੱਲ ਜਿਹੜੀ ਆ, ਜਦੋਂ ਆਪਾਂ ਸਿੱਖੀ ਦੀ ਗੱਲ ਕਰਾਂਗੇ ਤਾਂ ਇੱਕ ਰਾਈਟੀਅਸ ਲਾਈਫ ਸਟਾਈਲ ਕੀ ਆ ਕਿ ਤੁਸੀਂ ਇੱਕ ਸੁਸਾਇਟੀ ਦੇ ਵਿੱਚ ਰਹਿ ਕੇ ਸੁਸਾਇਟੀ ਦੇ ਵਾਸਤੇ ਆਪਣੀਆਂ ਰਿਸਪੋਂਸੀਬਿਲਿਟੀਜ਼ ਨੂੰ ਪੂਰਾ ਕਿੱਦਾਂ ਕਰਨਾ, ਆਪਣੀ ਜ਼ਿੰਦਗੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਜ਼ਿੰਦਗੀ ਨੂੰ ਅੱਗੇ ਚਲਾਉਣਾ ਆ। ਜਿੱਦਾਂ ਆਪਾਂ ਹੁਣੇ ਗੱਲ ਕੀਤੀ, ਘਾਲ ਖਾਏ ਕਿਛ ਹੱਥੋਂ ਦੇ, ਹੈ ਨਾ, ਇਹ ਇਸ ਤਰੀਕੇ ਦੇ ਜਿਹੜੇ ਫਲਸਫੇ ਆ ਗੁਰੂ ਨਾਨਕ ਪਾਤਸ਼ਾਹ ਸਾਨੂੰ ਦਿੰਦੇ ਆ। ਹੁਣ ਇਹਦੇ ਵਿੱਚੋਂ ਹੀ ਮੈਂ ਧਰਮ ਦੀ ਹੀ ਗੱਲ ਅੱਗੇ ਚੱਲਦਿਆਂ ਹੋਇਆਂ ਜਿਹੜੀ ਸਿੱਖ ਰਹਿਤ ਮਰਿਆਦਾ ਮੈਂ ਪਿਛਲੀ ਵਾਰੀ ਪਹਿਲਾਂ ਵੀ ਇੱਕ ਵਾਰੀ ਤੁਹਾਨੂੰ ਦਿਖਾਈ ਸੀ, ਇਹਦੇ ਵਿੱਚੋਂ ਹੀ ਕੁਛ ਮੈਂ ਪੁਆਇੰਟਸ ਜਿਹੜੇ ਆ ਉਹ ਰੀਡ ਕਰੂੰਗੀ, ਜਿਹਦੇ ਨਾਲ ਆਪਾਂ ਨੂੰ ਹੋਰ ਕਲੀਅਰ ਹੋ ਜਾਊਗਾ ਕਿ ਧਰਮ ਦਾ ਅਸਲ 'ਚ ਮਤਲਬ ਕੀ ਹੋਇਆ। ਤਾਂ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਦੇ ਵਿੱਚ ਜਿਹੜੀ ਆ ਸਿੱਖ ਰਹਿਤ ਦੇਖੋ, ਸਿੱਖ ਰਹਿਤ ਮਰਿਆਦਾ ਦੀ ਇਹ ਜਿਹੜੀ ਬੁੱਕਲੈਟ ਹੈ, ਮੈਨੂੰ ਕਿਸੇ ਨੇ ਕਿਹਾ ਸੀਗਾ ਕਿ ਸਾਰੇ ਇਹਨੂੰ ਨਹੀਂ ਮੰਨਦੇ।
ਹੋ ਸਕਦਾ ਨਾ ਮੰਨਦੇ ਹੋਣ, ਪਰ ਕਿਉਂਕਿ ਇਹ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਛਾਪੀ ਹੋਈ ਆ ਔਰ ਇਹ ਪੰਥ ਪ੍ਰਵਾਨਿਤ ਆ, ਤਾਂ ਇਸ ਕਰਕੇ ਮੈਨੂੰ ਲੱਗਦਾ ਕਿ ਸਾਨੂੰ ਸਾਰਿਆਂ ਨੂੰ ਇਹ ਆਪਣੇ ਘਰ 'ਚ ਤਾਂ ਰੱਖ ਲੈਣੀ ਚਾਹੀਦੀ ਆ। ਜਿਹੜੀ ਚੀਜ਼ ਤੁਹਾਨੂੰ ਲੱਗਦਾ ਆ ਕਿ ਉਹ ਗੁਰਬਾਣੀ ਜਾਂ ਗੁਰਮਤ ਦੇ ਅਕੋਰਡਿੰਗ ਨਹੀਂ ਹੈਗੀ, ਉਹ ਛੱਡ ਦਿਓ, ਬਾਕੀ ਲੈ ਲਿਓ, ਪਰ ਗੁਰਮਤ ਦੇ ਅਕੋਰਡਿੰਗ, ਆਪਣੀ ਮਤ ਦੇ ਅਕੋਰਡਿੰਗ ਨਹੀਂ। ਇਹ ਨਹੀਂ ਕਿ ਮੇਰਾ ਦਿਲ ਨਹੀਂ ਕਰਦਾ ਮੰਨਣ ਨੂੰ ਅਤੇ ਇਸ ਕਰਕੇ ਮੈਂ ਨਹੀਂ ਮੰਨਣੀ, ਨਹੀਂ, ਗੁਰਮਤ ਦੇ ਅਕੋਰਡਿੰਗ ਜੋ ਨਹੀਂ ਤਾਂ ਛੱਡ ਦਿਓ। ਗੁਰਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜੇ ਪੈਰਾਮੀਟਰਸ ਉੱਤੇ ਉਹ ਖਰੀ ਨਹੀਂ ਉਤਰਦੀ ਤਾਂ ਛੱਡ ਦਿਓ। ਖੈਰ, ਹੁਣ ਇਹਦੇ ਵਿੱਚ ਹੀ ਮੈਂ ਦੱਸਣ ਲੱਗੀ ਹਾਂ ਕਿ ਸਾਨੂੰ ਸਾਡਾ ਧਰਮ ਕਿਸ ਤਰੀਕੇ ਨਾਲ ਦੱਸਿਆ ਜਾਂਦਾ। ਦੇਖੋ, ਇਹਦੇ ਵਿੱਚ ਹੈਗੀ ਆ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜਦੋਂ ਪ੍ਰਕਾਸ਼ ਹੁੰਦਾ ਆ ਜਾਂ ਆਪਾਂ ਉਹਨਾਂ ਨੂੰ ਆਪਣੇ ਘਰ ਬੇਨਤੀ ਕਰਕੇ ਲੈ ਕੇ ਆਉਂਦੇ ਆ, ਬੁਲਾ ਕੇ ਉਹ ਆਉਂਦੇ ਆ, ਗੁਰੂ ਮਹਾਰਾਜ ਕਿਰਪਾ ਕਰਦੇ ਆ, ਚਰਨ ਪਾਉਂਦੇ ਆ, ਤਾਂ ਉਹ ਕਿਸ ਤਰੀਕੇ ਨਾਲ ਆਪਾਂ ਉਹਨਾਂ ਨੂੰ ਦੇਖਣੇ ਆ। ਉੱਪਰ ਦੱਸੇ ਸਮਾਨ ਤੋਂ ਇਲਾਵਾ ਧੂਪ ਜਾਂ ਦੀਵੇ ਮਚਾ ਕੇ ਆਰਤੀ ਕਰਨੀ, ਭੋਗ ਲਾਉਣਾ, ਜੋਤਾਂ ਜਗਾਉਣੀਆਂ, ਟਲ ਖੜਕਾਉਣੇ ਆਦਿ ਕਰਮ ਗੁਰਮਤ ਅਨੁਸਾਰ ਨਹੀਂ। ਸੋ ਇਹ ਤੁਹਾਨੂੰ ਰੂਲ ਦਿੱਤਾ ਆ। ਹੁਣ ਅਗਲੀ ਗੱਲ ਕੀ ਆ? ਹਾਂ, ਸਥਾਨ ਨੂੰ ਸੁਗੰਧਿਤ ਕਰਨ ਲਈ ਫੁੱਲ, ਧੂਪ ਆਦਿ ਸੁਗੰਧੀਆਂ ਵਰਤਣਾ ਵਰਜਿਤ ਨਹੀਂ ਹੈ। ਸੋ ਬੇਸਿਕਲੀ ਇਹ ਸਾਡਾ ਇੱਕ ਰਸਤਾ ਆ ਕਿ ਜੇ ਤੁਸੀਂ ਚਾਹੁੰਦੇ ਆ ਕਿ ਤੁਸੀਂ ਉੱਥੇ ਉਹਨੂੰ ਸੁਗੰਧਿਤ ਰੱਖਣਾ ਆ, ਜਿੱਥੇ ਗੁਰੂ ਮਹਾਰਾਜ ਦਾ ਪ੍ਰਕਾਸ਼ ਆ, ਤੁਸੀਂ ਧੂਪ ਲਾਉਣੀ ਆ, ਲਾਓ, ਫੁੱਲ ਰੱਖਣੇ ਆ, ਰੱਖੋ, ਪਰ ਉਹਨਾਂ ਨੂੰ ਮੱਥੇ ਨਾ ਟੇਕਣ ਲੱਗ ਜਾਓ, ਕਿਉਂਕਿ ਫਿਰ ਤੁਸੀਂ ਮਨ ਮਤ ਵੱਲ ਜਾਓਗੇ। ਇਹ ਧਰਮ ਹੈ ਸਾਡਾ, ਹੈ ਨਾ। ਇਸ ਤਰੀਕੇ ਨਾਲ ਉਹਨਾਂ ਨੇ ਸਾਨੂੰ ਇੱਕ ਜੀਵਨ ਜਿਹੜਾ ਸਾਡਾ ਨਿਭਾ ਦੱਸਿਆ ਆ। ਹੁਣ ਇਹਦੇ ਵਿੱਚ ਬਹੁਤ ਸਾਰੇ ਜਿਹੜੇ ਸਵਾਲ ਉਹ ਇਹ ਉੱਠ ਸਕਦੇ ਆ ਕਿ ਇਹਦੇ ਵਿੱਚ ਦਇਆ ਦੀ ਗੱਲ ਕਿੱਥੇ ਆਈ, ਜਾਂ ਇਹਦੇ ਵਿੱਚ ਕਿਸੇ ਦੀ ਕਲਿਆਣ ਵਾਸਤੇ ਕਿਹੜੀ ਗੱਲ ਆਈ। ਜਦੋਂ ਵੀ ਜਿਹੜੀਆਂ ਕੈਟਾਗਰੀਜ਼ ਬਣ ਜਾਂਦੀਆਂ ਨਾ, ਤਾਂ ਉਹਦੇ ਵਿੱਚ ਪਾਰਸ਼ੈਲਿਟੀ ਦੀ ਗੱਲ ਆ ਜਾਂਦੀ ਆ। ਜਦੋਂ ਅਗਰ ਇਹ ਹੋ ਜਾਂਦਾ ਕਿ ਹਾਂਜੀ ਫੁੱਲ ਲਾਉਣ ਦੇ ਨਾਲ, ਧੂਫ ਲਾਉਣ ਦੇ ਨਾਲ ਪਰਮਾਤਮਾ ਮਿਲ ਜਾਂਦਾ ਆ, ਤਾਂ ਫਿਰ ਜਿਨ੍ਹਾਂ ਘਰਾਂ ਦੇ ਵਿੱਚ ਧੂਫ ਨਹੀਂ ਲੱਗ ਸਕਦੀ ਜਾਂ ਫੁੱਲ ਨਹੀਂ ਲੱਗ ਸਕਦੇ, ਫਿਰ ਉਹਨਾਂ ਵਿੱਚ ਪਰਮਾਤਮਾ ਨਹੀਂ ਸੀ ਨਾ ਆਉਣਾ, ਫਿਰ ਉਹ ਕੈਟਾਗਰੀਜ਼ ਹੋ ਜਾਣੀਆਂ ਸੀਗੀਆਂ ਨਾ। ਇਸ ਕਰਕੇ ਬੜਾ ਕਲੀਅਰ ਸਾਨੂੰ ਸਾਡੇ ਧਰਮ ਦੇ ਰਾਹ ਨੇ ਦੱਸਿਆ ਹੈ ਕਿ ਜੇ ਤੁਸੀਂ ਸੁਗੰਧਿਤ ਕਰਨਾ ਚਾਹੁੰਦੇ ਹੋ ਤੁਹਾਡੀ ਮਰਜ਼ੀ ਹੈ, ਪਰ ਜੇ ਸੁਗੰਧਿਤ ਨਾ ਵੀ ਕੀਤਾ ਹੋਊਗਾ ਤਦ ਵੀ ਗੁਰੂ ਨਾਨਕ ਦੀ ਸਿੱਖੀ ਉੱਥੇ ਵਾਸ ਕਰ ਸਕਦੀ ਹੈ। ਅਗਲੀ ਗੱਲ ਜਿਹੜੀ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਗੂੜੇ ਦੇ ਪਾਵਿਆਂ ਨੂੰ ਮੁੱਠੀਆਂ ਭਰਨੀਆਂ, ਕੰਧਾਂ ਜਾਂ ਥੜਿਆਂ ਤੇ ਨੱਕ ਰਗੜਨਾ ਜਾਂ ਮੁੱਠੀਆਂ ਭਰਨੀਆਂ, ਮੰਜੀ ਸਾਹਿਬ ਹੇਠ ਪਾਣੀ ਰੱਖਣਾ, ਗੁਰਦੁਆਰੇ ਵਿੱਚ ਮੂਰਤੀਆਂ ਬਣਾਉਣੀਆਂ ਜਾਂ ਰੱਖਣੀਆਂ, ਗੁਰੂ ਸਾਹਿਬਾਨ ਜਾਂ ਸਿੱਖ ਬਜ਼ੁਰਗਾਂ ਦੀਆਂ ਤਸਵੀਰਾਂ ਅੱਗੇ ਮੱਥਾ ਟੇਕਣਾ, ਇਹੋ ਜਿਹੇ ਕਰਮ ਮਨਮਤ ਹਨ। ਹੁਣ ਇਹ ਸਾਡੀ ਗਾਈਡਲਾਈਨਸ ਆ, ਇਹ ਸਾਡਾ ਧਰਮ ਆ, ਔਰ ਇਹਨਾਂ ਗਾਈਡਲਾਈਨਸ ਦੇ ਉੱਪਰ ਆਪਾਂ ਚੱਲਣਾ ਆ ਕਿ ਅਸੀਂ ਜਿਹੜੀਆਂ ਸਾਡੇ ਘਰਾਂ ਦੇ ਵਿੱਚ ਵੀ ਆਪਾਂ ਬੜੀਆਂ ਵੱਡੀਆਂ ਮੂਰਤੀਆਂ, ਫੋਟੋਗ੍ਰਾਫਸ ਲਾਈਆਂ ਹੋਈਆਂ। ਇਹ ਗੱਲ ਮੈਂ ਪਿਛਲੀ ਵਾਰੀ ਥੋੜ੍ਹੀ ਜਿਹੀ ਛੇੜੀ ਸੀਗੀ ਕਿ ਗੁਰੂ ਨਾਨਕ ਪਾਤਸ਼ਾਹ ਦੀ ਫੋਟੋ ਵੱਡੀ ਕਰਕੇ ਲਾਈ ਹੈ, ਜਿਹਦੇ ਵਿੱਚ ਉਹਨਾਂ ਨੇ ਇਸ ਤਰ੍ਹਾਂ ਹੱਥ ਕੀਤਾ ਆ, ਇੱਕ ਮਾਲਾ ਆ, ਇੱਕ ਉਹਨਾਂ ਦੇ ਸਾਹਮਣੇ ਇੱਕ ਕਮੰਡਲ ਪਿਆ ਆ। ਉਹ ਵਾਲੀ ਫੋਟੋ ਸਾਡੇ ਘਰਾਂ 'ਚ ਆਮ ਹੁੰਦੀ ਆ, ਔਰ ਬਹੁਤ ਸਾਰੇ ਲੋਕ ਘਰੋਂ ਨਿਕਲਣ ਲੱਗਿਆਂ ਉਸ ਫੋਟੋ ਨੂੰ ਮੱਥਾ ਟੇਕ ਕੇ ਵੀ ਨਿਕਲਦੇ ਆ। ਤਾਂ ਮੈਂ ਜਿਹੜੀ ਪਿਛਲੀ ਵਾਰੀ ਵੀ ਬੇਨਤੀ ਕੀਤੀ ਸੀਗੀ, ਉਹ ਇਹ ਕੀਤੀ ਸੀਗੀ ਕਿ ਉਹ ਫੋਟੋ ਕਿਰਤੀ ਸਿੰਘਾਂ ਨਾਲੋਂ ਅਲੱਗ ਕਰਦੀ ਹੈ। ਉਹਦਾ ਕਾਰਨ ਕੀ ਆ? ਔਰ ਇਹੀ ਕਾਰਨ ਆ ਕਿ ਸਾਡੀ ਜਿਹੜੀ ਧਰਮ ਦੀ ਗਾਈਡਲਾਈਨ ਹੈ ਉਹਦੇ ਵਿੱਚ ਸਾਨੂੰ ਮੂਰਤੀਆਂ ਜਾਂ ਜਿਹੜੀਆਂ ਫੋਟੋਗ੍ਰਾਫਸ ਆ ਉਹਨਾਂ ਤੋਂ ਨਿਖੇੜ ਕੇ ਰੱਖਿਆ ਗਿਆ ਕਿ ਉਹ ਅਲੱਗ ਹੈ। ਤੁਸੀਂ ਆਪਣੇ ਘਰਾਂ ਦੇ ਵਿੱਚ ਹਿਸਟੋਰੀਕਲ ਇੰਪੋਰਟੈਂਸ ਵਾਸਤੇ, ਤੁਸੀਂ ਇੱਕ ਰਿਪਰੈਜ਼ੈਂਟੇਸ਼ਨ ਵਾਸਤੇ ਆਪਣੇ ਘਰ ਦੇ ਵਿੱਚ ਕੋਈ ਫੋਟੋਗ੍ਰਾਫ ਲਾਉਣੀ ਆ, ਦੈਟ ਇਜ਼ ਅ ਡਿਫਰੈਂਟ ਇਸ਼ੂ। ਪਰ ਜੇ ਤੁਸੀਂ ਉਹਨੂੰ ਮੱਥਾ ਟੇਕ ਕੇ ਜਾਂਦੇ ਆ ਤਾਂ ਉਹ ਫਿਰ ਗੜਬੜ ਹੋ ਜਾਂਦੀ ਆ। ਹੁਣ ਜਦੋਂ ਗੁਰੂ ਨਾਨਕ ਪਾਤਸ਼ਾਹ ਦੀ ਉਹ ਜਿਹੜੀ ਇੱਕ ਪ੍ਰਚਲਿਤ ਸ਼ੋਭਾ ਸਿੰਘ ਹੋਣਾ ਵਾਲੀ ਜਿਹੜੀ ਸ਼ੋਭਾ ਸਿੰਘ ਹੋਣਾ ਵਾਲਿਆਂ ਦੀ ਜਿਹੜੀ ਇੱਕ ਪੇਂਟਿੰਗ ਚੱਲਦੀ ਆ, ਉਹਨੂੰ ਜੇ ਤੁਸੀਂ ਪੇਂਟਿੰਗ ਨੂੰ ਦੇਖੋ ਤਾਂ ਤੁਹਾਨੂੰ ਲੱਗਦਾ ਆ ਕਿ ਜਿਨ੍ਹਾਂ ਦੀਆਂ ਵਿਆਹੀਆਂ ਪਾਟੀਆਂ ਹੁੰਦੀਆਂ ਆ ਅੱਡੀਆਂ ਦੀਆਂ, ਜਿਨ੍ਹਾਂ ਦੇ ਹੱਥ ਪਾਟੇ ਹੁੰਦੇ ਆ, ਆਪਾਂ ਉਹਨਾਂ ਸਿੱਖਾਂ ਨੂੰ ਕਦੀ ਉਸ ਫੋਟੋ ਦੇ ਨਾਲ ਰਿਲੇਟ ਕਰਕੇ ਦੇਖ ਸਕਦੇ ਹਾਂ? ਨਹੀਂ ਕਰਕੇ ਦੇਖ ਸਕਦੇ। ਕਦੀ ਅਸੀਂ ਉਸ ਜਿਹੜਾ ਕਿਰਤੀ ਸਿੰਘ ਆ ਜਿਹਦੇ ਮੋਢੇ ਦੇ ਉੱਤੇ ਉਹਨੇ, ਜਾਂ ਕਿਉਂਕਿ ਸਾਡੇ ਕਿਰਤੀ ਸਿੰਘਾਂ ਦੇ ਜਿਹੜੇ ਰੰਗਾਂ ਦੀ, ਕਿਉਂਕਿ ਜਿਹੜੀ ਫੋਟੋ ਆ ਉਹਦੇ ਉੱਤੇ ਬੜਾ ਹੀ ਸਫੇਦ ਰੰਗ, ਤਾਂ ਬੇਸਿਕਲੀ ਉਹ ਕੀ ਆ, ਉਹ ਸਾਰਾ ਕੁਝ ਕੀ ਆ, ਉਹ ਸਾਡੇ ਦਿਮਾਗ ਦੇ ਵਿੱਚ ਇੱਕ ਰੂਹਾਨੀਅਤ ਦੀ ਇੱਕ ਰੂਪ ਰੇਖਾ ਬਣਾਉਣ ਦੀ ਗੱਲ ਆ ਜਾਂਦੀ ਆ। ਜਦੋਂ ਅਸੀਂ ਫੋਟੋਆਂ ਦੇ ਵਿੱਚ ਆਸਥਾ ਰੱਖਦੇ ਹਾਂ ਨਾ, ਫਿਰ ਅਸੀਂ ਉਸ ਫੋਟੋ ਦੇ ਮੁਤਾਬਿਕ ਹੀ ਰੂਹਾਨੀਅਤ ਨੂੰ ਇੰਟਰਪ੍ਰੈਟ ਕਰਨ ਲੱਗ ਜਾਂਦੇ ਹਾਂ। ਅਸੀਂ ਇਹ ਦੇਖਣ ਲੱਗ ਪੈਂਦੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਕਿਹੋ ਜਿਹੇ ਨੇ। ਬਿਲਕੁਲ ਉਹਨਾਂ ਦਾ ਸਾਫ਼ ਰੰਗ ਹੈ, ਔਰ ਉਹਨਾਂ ਦੇ ਹੱਥ ਬੜੇ ਕੋਮਲ ਆ, ਔਰ
ਬੜੇ ਸਾਫ਼ ਸੁਥਰੇ ਉਹਨਾਂ ਦੇ ਕੱਪੜੇ ਆ। ਹੁਣ ਉਹਦੇ ਨਾਲ ਹੁੰਦਾ ਕੀ ਆ ਕਿ ਜਿਹੜੇ ਲੋਕ ਉਸ ਪੈਰਾਮੀਟਰ ਦੇ ਵਿੱਚ ਨਹੀਂ ਆਉਂਦੇ ਉਹਨਾਂ ਨੂੰ ਅਸੀਂ ਆਪਣੀਆਂ ਇੰਸਟੀਟਿਊਟਸ ਦੇ ਵਿੱਚ ਛੋਟਾ ਦੇਖਣਾ ਸ਼ੁਰੂ ਕਰ ਦਿੰਦੇ ਹਾਂ। ਜਿਨ੍ਹਾਂ ਦੇ ਰੰਗ ਕਾਲੇ ਆ ਸਾਨੂੰ ਉਹਨਾਂ ਨੂੰ ਅਸੀਂ ਉਹਨਾਂ ਨੂੰ ਆਪਣੇ ਆਪ ਹੀ ਲੱਗਣ ਲੱਗ ਜਾਂਦਾ ਕਿ ਨਹੀਂ ਜੀ ਇਹ ਤਾਂ ਫਿਰ ਇਹ ਸਾਡੀ ਸਿੱਖੀ ਤੋਂ ਥੋੜ੍ਹਾ ਜਿਹਾ ਪਰੇ ਆ, ਕਿਉਂਕਿ ਗੁਰੂ ਨਾਨਕ ਦੀ ਫੋਟੋ ਨਾਲ ਇਹ ਕਿਤੇ ਵੀ ਮੈਚ ਨਹੀਂ ਨਾ ਖਾਂਦੇ, ਕਿਉਂਕਿ ਗੁਰੂ ਨਾਨਕ ਦੇ ਸਿੱਖ ਤਾਂ ਫਿਰ ਸਾਰੇ ਗੋਰੇ ਚਿੱਟੇ ਹੀ ਹੋਣੇ ਚਾਹੀਦੇ ਆ। ਇਸ ਕਰਕੇ ਜਿਹੜੀਆਂ ਫੋਟੋਗ੍ਰਾਫਸ ਆ ਨਾ ਉਹ ਸਾਡੇ ਲਈ ਉਹ ਨੁਕਸਾਨਦੇਹ ਆ, ਕਿਉਂਕਿ ਉਹ ਸਾਨੂੰ ਇੱਕ ਬੰਧਨ 'ਚ ਬੰਨ੍ਹ ਦਿੰਦੀਆਂ, ਇੱਕ ਤਰ੍ਹਾਂ ਦੀ ਇੱਕ ਪੈਰਾਮੀਟਰ ਦੇ ਦਿੰਦੀਆਂ, ਇੱਕ ਰੈਫਰੈਂਸ ਦੇ ਦਿੰਦੀਆਂ ਕਿ ਇੱਦਾਂ ਦੇ ਹੁੰਦੇ ਆ ਸਿੱਖ, ਇੱਦਾਂ ਦੇ ਗੋਰੇ ਚਿੱਟੇ ਸਾਫ਼ ਸੁਥਰੇ ਕੱਪੜਿਆਂ ਵਾਲੇ ਇੱਦਾਂ ਦੇ ਹੁੰਦੇ ਆ ਸਿੱਖ। ਜਿਹੜੇ ਆ ਕਿਰਤੀ ਲੋਕ ਆਏ ਤਾਂ ਸਿੱਖ ਹੁੰਦੇ ਹੀ ਨਹੀਂ, ਜਿਨ੍ਹਾਂ ਦੇ ਕਈਆਂ ਲੋਕਾਂ ਦੇ ਜਿਹੜੇ ਮਕੈਨਿਕ ਦਾ ਕੰਮ ਕਰਦੇ ਆ ਉਹਨਾਂ ਦੇ ਨਹੁੰਆਂ ਦੇ ਵਿੱਚ ਵੀ ਉਹ ਪਰਮਾਨੈਂਟ ਕਾਲੇ ਹੋ ਜਾਂਦੇ ਆ। ਫਿਰ ਕਿਆ ਉਹ ਗੁਰੂ ਦੇ ਸਿੱਖ ਨਹੀਂ ਹੋ ਸਕਦੇ? ਕਿਉਂਕਿ ਜਿਹੜੀਆਂ ਉਹ ਫੋਟੋਆਂ ਆ ਉਹ ਸਾਨੂੰ ਉਹੋ ਜਿਹੇ ਰੈਫਰੈਂਸ ਕਰਕੇ ਦੇ ਦਿੰਦੀਆਂ ਆ। ਇਸ ਕਰਕੇ ਜਿਹੜੀਆਂ ਫੋਟੋਗ੍ਰਾਫਸ ਆ ਉਹਨਾਂ ਤੋਂ ਸਾਨੂੰ ਵਰਜਿਤ ਆ ਕਿ ਨਹੀਂ, ਅਸੀਂ ਕਿਸੇ ਫੋਟੋ ਨੂੰ ਨਹੀਂ ਮੰਨਦੇ। ਗੁਰੂ ਨਾਨਕ ਦਾ ਸਿੱਖ ਜਿਹੜਾ ਉਹ ਗੁਰੂ ਨਾਨਕ ਦਾ ਸਿੱਖ ਆ, ਔਰ ਗੁਰੂ ਨਾਨਕ ਉਹਨਾਂ ਨੂੰ ਕਿਸੇ ਫੋਟੋ ਦੇ ਵਿੱਚ ਬੰਨ੍ਹਣ ਦੀ ਲੋੜ ਕੀ ਆ? ਅਤੇ ਜਦੋਂ ਅਸੀਂ ਉਹਨਾਂ ਫੋਟੋਆਂ ਨੂੰ ਆਪਣੇ ਘਰ ਦੇ ਵਿੱਚ ਰੱਖ ਕੇ ਮੱਥੇ ਟੇਕਾਂਗੇ, ਜਾਂ ਅਸੀਂ ਜਿਹੜੇ ਬ੍ਰਹਮ ਗਿਆਨੀ ਜਾਂ ਮਹਾਂਪੁਰਸ਼ ਜਿਹੜੇ ਆਪਣੇ ਅੱਜ ਕੱਲ੍ਹ ਟਰਮੀਨੋਲੋਜੀਜ਼ ਆ, ਜਦੋਂ ਆਪਾਂ ਉਹਨਾਂ ਲੋਕਾਂ ਦੀਆਂ ਫੋਟੋਗ੍ਰਾਫਸ ਨੂੰ ਮੱਥਾ ਟੇਕਾਂਗੇ ਤਾਂ ਫਿਰ ਅਸੀਂ ਇੱਕ ਪਾੜ ਪਾਉਂਦੇ ਜਾਵਾਂਗੇ, ਓਨਾ ਹੀ ਉਹ ਪਾੜ ਵੱਧਦਾ ਜਾਊਗਾ। ਕਿਉਂਕਿ ਉਹ ਫਿਰ ਚਿੱਟੇ ਕੱਪੜਿਆਂ ਵਾਲੇ ਮਹਾਂਪੁਰਸ਼ ਜਿਹੜੇ ਆ ਕਿਉਂਕਿ ਉਹ ਗੁਰੂ ਨਾਨਕ ਦੀ ਫੋਟੋ ਦੇ ਨਾਲ ਮੈਚ ਕਰਨ ਲੱਗ ਜਾਂਦੇ ਆ, ਫਿਰ ਉਹ ਸਾਡੇ ਵਾਸਤੇ ਸਿੱਖੀ ਦਾ ਆਧਾਰ ਹੁੰਦੇ ਜਾਣਗੇ। ਅਤੇ ਜਿਹੜੇ ਕਿਰਤੀ ਹੱਥਾਂ ਨਾਲ ਕੰਮ ਕਰਨ ਵਾਲੇ, ਜਿਨ੍ਹਾਂ ਵਾਸਤੇ ਗੁਰੂ ਪਾਤਸ਼ਾਹ ਨੇ ਕਿਹਾ ਆ ਨਾਮ ਜਪੋ ਕਿਰਤ ਕਰੋ ਵੰਡ ਛਕੋ, ਉਹ ਜਿਹੜੇ ਕਿਰਤੀ ਲੋਕ ਆ ਉਹ ਸਿੱਖੀ ਤੋਂ ਦੂਰ ਹੁੰਦੇ ਜਾਣਗੇ। ਇੱਦਾਂ ਹੀ ਹੋਇਆ ਨਾ, ਅੱਜ ਸਾਡੇ ਕੋਲ ਜਿੰਨੇ ਵੀ ਆਪਣੇ ਆਸ ਪਾਸ ਤੁਸੀਂ ਮਹਾਂਪੁਰਸ਼ ਦੇਖ ਲਓ, ਚਾਹੇ ਉਹ ਕਿਸੇ ਵੱਡੇ ਸਾਰੇ ਡੇਰੇ ਨੂੰ ਖੋਲ੍ਹ ਕੇ ਬੈਠੇ ਹੋਣ, ਉਹਨਾਂ ਨੇ ਕਢਾਈ ਵਾਲੇ ਸ਼ਾਲ ਲਏ ਹੁੰਦੇ ਆ। ਕਿਉਂਕਿ ਆਪਾਂ ਆਪਣੇ ਗੁਰੂਆਂ ਦੀਆਂ ਫੋਟੋਆਂ ਇੱਦਾਂ ਦੀਆਂ ਬਣਾਈਆਂ, ਔਰ ਉਹਨਾਂ ਨੇ ਉਹ ਬੈਠੇ ਉਹ ਪੂਰੇ ਆਪਣੇ ਤਾਮ ਝਾਮ ਦੇ ਵਿੱਚ ਬੈਠੇ ਹੁੰਦੇ ਆ। ਜਿਨ੍ਹਾਂ ਨੇ ਕਢਾਈਆਂ ਵਾਲੇ ਸ਼ਾਲ ਨਹੀਂ ਲਏ ਉਹਨਾਂ ਨੇ ਬਿਲਕੁਲ ਚਿੱਟੇ ਕੱਪੜੇ ਪਾਏ ਹੁੰਦੇ ਆ। ਮੈਂ ਇਹ ਨਹੀਂ ਕਹਿ ਰਹੀ ਕਿ ਸਾਨੂੰ ਗੰਦੇ ਕੱਪੜੇ ਪਾ ਕੇ ਬੈਠਣਾ ਚਾਹੀਦਾ ਆ, ਮੈਂ ਸਿਰਫ ਇਹ ਕਹਿ ਰਹੀ ਹਾਂ ਕਿ ਜਿਹੜੀਆਂ ਇਹ ਫੋਟੋਗ੍ਰਾਫਸ ਹੈ ਨਾ, ਇਹ ਕਰਦੀਆਂ ਕੀ ਆ? ਇਹ ਸਾਡੇ ਮਨ ਦੇ ਵਿੱਚ ਇੱਕ ਛਵੀ ਪੈਦਾ ਕਰ ਦਿੰਦੀਆਂ ਰੂਹਾਨੀਅਤ ਦੀ, ਜਦ ਕਿ ਰੂਹਾਨੀਅਤ ਦਾ ਕੱਪੜਿਆਂ ਨਾਲ ਕੋਈ ਲੈਣ ਦੇਣ ਨਹੀਂ, ਰੂਹਾਨੀਅਤ ਦਾ ਤੁਹਾਡੇ ਚਿਹਰੇ ਨਾਲ ਕੋਈ ਲੈਣ ਦੇਣ ਨਹੀਂ। ਜਦੋਂ ਅਗਰ ਤੁਹਾਨੂੰ ਪਰਮਾਤਮਾ ਨੇ ਤੁਹਾਨੂੰ ਅਪਣਾ ਲਿਆ ਨਾ, ਤਾਂ ਉਹਨੇ ਆਤਮਾ ਨੂੰ ਅਪਣਾਉਣਾ। ਤੁਸੀਂ ਇਹ ਵੀ ਹੋ ਸਕਦਾ ਹੈ ਕਿ ਬੜੇ ਸਫੇਦ ਚਿੱਟੇ ਕੱਪੜਿਆਂ ਦੇ ਵਿੱਚ, ਚਮਕਦੇ ਚਿੱਟੇ ਕੱਪੜਿਆਂ ਦੇ ਵਿੱਚ ਬਹੁਤ ਗੰਦਲਾ ਕਿਰਦਾਰ ਬੈਠਾ ਹੋਵੇ, ਅਤੇ ਇਹ ਵੀ ਹੋ ਸਕਦਾ ਹੈ ਕਿ ਬਹੁਤ ਗੰਦੇ ਮੈਲੇ ਕੱਪੜਿਆਂ ਦੇ ਵਿੱਚ ਵੀ ਬਹੁਤ ਗੰਦਲਾ ਕਿਰਦਾਰ ਹੋਵੇ। ਤਾਂ ਇਸ ਕਰਕੇ ਕੱਪੜਿਆਂ ਦੇ ਉੱਤੋਂ ਆਪਾਂ ਪਛਾਣ ਨਹੀਂ ਸਕਦੇ, ਪਰ ਫੋਟੋਆਂ ਸਾਨੂੰ ਕੱਪੜਿਆਂ ਦੇ ਉੱਤੋਂ ਲੋਕਾਂ ਨੂੰ ਪਛਾਣਨ ਦੇ ਵੱਲ ਪ੍ਰੇਰਿਤ ਕਰਦੀਆਂ ਨੇ। ਸਾਨੂੰ ਦੱਸਦੀਆਂ ਨੇ ਕਿ ਜੇ ਤੁਹਾਡੀ ਮੂਰਤ ਤਕਰੀਬਨ ਇੱਦਾਂ ਦੀ ਹੈ ਨਾ, ਤਾਂ ਫਿਰ ਤੁਸੀਂ ਰੂਹਾਨੀਅਤ ਵੱਲ ਹੋ ਸਕਦੇ ਹੋ, ਅਦਰਵਾਈਜ਼ ਨਹੀਂ ਹੋ ਸਕਦੇ। ਕਿਉਂਕਿ ਜੇ ਇੱਦਾਂ ਨਾ ਹੁੰਦਾ ਤਾਂ ਜਿੰਨੇ ਵੀ ਸਾਡੇ ਅੱਜ ਮਹਾਂਪੁਰਸ਼ ਨੇ ਉਹ ਬਕਾਇਦਾ ਆਪ ਹੱਥੀਂ ਸੇਵਾ ਕਰ ਰਹੇ ਹੁੰਦੇ ਗੁਰਦੁਆਰਿਆਂ ਵਿੱਚ। ਪਰ ਸਾਡੇ ਜਿਹੜੇ ਮਹਾਂਪੁਰਸ਼ ਨੇ ਉਹ ਤਾਂ ਸਾਰੇ ਬੈਠ ਜਾਂਦੇ ਆ ਲਗਾ ਕੇ ਆਪਣੇ ਆਸਣ, ਅਤੇ ਉਹਨਾਂ ਦੇ ਵੱਲ ਆ ਕੇ ਜਿਹੜੇ ਸਿੱਖ ਆ ਉਹ ਬਕਾਇਦਾ ਆ ਕੇ ਮੱਥੇ ਟੇਕਦੇ ਔਰ ਤੁਰੀ ਜਾਂਦੇ ਆ। ਔਰ ਇਹ ਸਾਡੀ ਸਿੱਖੀ ਆ, ਆਪਾਂ ਇੱਥੇ ਰਿਡਿਊਸ ਕਰ ਲਈ, ਇੰਨੀ ਕੁ ਜਗ੍ਹਾ ਦੇ ਉੱਤੇ ਆਪਾਂ ਰਿਡਿਊਸ ਕਰ ਲਈ ਸਿੱਖੀ। ਇਹਨੂੰ ਰਿਡਕਸ਼ਨ ਕਹਿੰਦੇ ਆ, ਜਦ ਕਿ ਸਿੱਖੀ ਇੱਦਾਂ ਨਹੀਂ ਸੀਗੀ, ਸਿੱਖੀ ਤਾਂ ਬਹੁਤ ਵਿਸਥਾਰ ਸੀ। ਤਾਂ ਅਗਰ ਆਪਾਂ ਇਹ ਜਿਹੜੀ ਸਾਡੇ ਧਰਮ ਦੀਆਂ ਗਾਈਡਲਾਈਨਸ ਨੂੰ ਫੋਲੋ ਕੀਤਾ ਹੁੰਦਾ ਨਾ, ਕਿ ਫੋਟੋਗ੍ਰਾਫ ਨੂੰ ਅਸੀਂ ਮੱਥਾ ਨਹੀਂ ਟੇਕਣਾ, ਜਿਹੜੀ ਫੋਟੋ ਹੈ ਜਾਂ ਮੂਰਤੀ ਸਾਨੂੰ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ, ਤਾਂ ਫਿਰ ਅਸੀਂ ਆਪਣੇ ਗੁਰੂ ਨਾਨਕ ਨੂੰ ਕਿਸੇ ਸੀਮਾ ਦੇ ਵਿੱਚ ਬੰਨ੍ਹਣਾ ਨਹੀਂ ਸੀ। ਫਿਰ ਅਸੀਂ ਕਿਰਤੀਆਂ ਦੇ ਵਿੱਚ ਵੀ ਓਨਾ ਹੀ ਰੱਬ ਦੇਖਣਾ ਸੀ ਜਿੰਨਾ ਚਿੱਟੇ ਕੱਪੜਿਆਂ ਵਾਲਿਆਂ 'ਚ ਦੇਖਣਾ ਸੀਗਾ, ਜਿੰਨਾ ਉਹ ਬਹੁਤ ਆਪਣੇ ਆਪ 'ਚ ਤਾਮ ਝਾਮ ਕਰਕੇ ਜਿਹੜੇ ਉਹ ਇੱਕ ਮਾਹੌਲ ਬੰਨ੍ਹਣ ਵਾਲੇ ਲੋਕਾਂ ਦੇ ਵਿੱਚ ਦੇਖਣਾ ਸੀ। ਇੱਕ ਕੱਲਾ ਜਿਹੜਾ ਬੈਠਾ ਆਪਣੇ ਨਾਲੇ ਉਹ ਜੁੱਤੀਆਂ ਗੰਢ ਰਿਹਾ ਆ, ਜਾਂ ਉਹ ਕੋਈ ਲੋਹੇ ਦਾ ਕੰਮ ਕਰ ਰਿਹਾ ਹੈ, ਅਤੇ ਉਹ ਨਾਲ ਬੈਠਾ ਕੀਰਤਨ ਗੁਰਬਾਣੀ ਕਰ ਰਿਹਾ, ਸਾਨੂੰ ਉਹਦੇ ਵਿੱਚ ਵੀ ਗੁਰੂ ਨਾਨਕ ਓਨੇ ਹੀ ਨਜ਼ਰ ਆਉਣੇ ਸੀ ਜਿੰਨੇ ਸਾਨੂੰ ਇੱਕ ਸਟੇਜ ਦੇ ਉੱਤੇ ਪੂਰੇ ਪੰਡਾਲ ਦੇ ਵਿੱਚ ਸਜਾ ਕੇ ਬੈਠੇ ਹੋਏ ਢੋਲਕੀਆਂ ਦੇ ਨਾਲ, ਉਹਨਾਂ ਵਿੱਚ ਸਾਨੂੰ ਲੱਗਦਾ ਕਿ ਇਹ ਗੁਰੂ ਨਾਨਕ ਦਾ ਪ੍ਰਚਾਰ ਕਰ ਰਿਹਾ। ਸਾਨੂੰ ਇਹਨਾਂ ਦੋਵਾਂ ਵਿੱਚ ਫ਼ਰਕ ਨਹੀਂ ਸੀ ਲੱਗਣਾ ਜੇ ਅਸੀਂ ਇਹਨਾਂ ਫੋਟੋਆਂ ਦੇ ਵਿੱਚੋਂ ਬਾਹਰ ਨਿਕਲੇ ਹੁੰਦੇ। ਸੋ ਇਹ ਧਿਆਨ ਨਾਲ ਮੈਂ ਕੁਛ ਅਗਰ ਗਲਤ ਕਹਿ ਰਹੀ ਹਾਂ ਤਾਂ ਮੈਂ ਦੋਵੇਂ ਹੱਥ ਜੋੜ ਕੇ ਮਾਫ਼ੀ ਆ, ਪਰ ਸੋਚ ਕੇ ਦੇਖਿਓ ਕਿ ਜਿਹੜੀਆਂ ਇਹ ਫੋਟੋਗ੍ਰਾਫਸ ਹੈ, ਇਹਨਾਂ ਨੇ ਸਾਡੇ ਜ਼ਿਹਨ ਦੇ ਉੱਤੇ, ਸਾਡੇ ਮਾਈਂਡ ਦੇ ਉੱਤੇ ਕਿਸ ਤਰੀਕੇ ਨਾਲ ਇੰਪੈਕਟ ਪਾਇਆ ਆ।
ਜਦੋਂ ਵੀ ਅਸੀਂ ਅੱਖਾਂ ਬੰਦ ਕਰਦੇ ਹਾਂ ਤੇ ਅਗਰ ਅਸੀਂ ਗੁਰੂ ਨਾਨਕ ਦੀ ਫੋਟੋ ਨੂੰ, ਵਾਕਈ ਬਹੁਤ ਸਾਰੇ ਲੋਕ ਆ ਜਿਹੜੇ ਕਹਿੰਦੇ ਕਿ ਸਾਨੂੰ ਗੁਰੂ ਨਾਨਕ ਦੀ ਫੋਟੋ ਦੇਖ ਕੇ ਲੱਗਦਾ ਕਿ ਗੁਰੂ ਨਾਨਕ ਪਾਤਸ਼ਾਹ ਸਾਡੇ ਨਾਲ ਗੱਲ ਕਰ ਰਹੇ ਆ, ਤਾਂ ਅੱਖਾਂ ਬੰਦ ਕਰਕੇ ਦੇਖਿਓ ਔਰ ਤੁਹਾਨੂੰ ਅਗਰ ਗੁਰੂ ਨਾਨਕ ਦੀ ਉਹੀ ਫੋਟੋ ਨਜ਼ਰ ਆਉਂਦੀ ਆ ਤਾਂ ਹੁਣ ਉਸ ਫੋਟੋ ਨੂੰ ਜਿਹੜਾ ਰਿਪਲੇਸ ਕਰਨ ਦੀ ਕੋਸ਼ਿਸ਼ ਕਰਿਓ ਕਿ ਇੱਕ ਹੱਥ ਮਿੱਟੀ ਨਾ ਭਰੇ, ਕਿਉਂਕਿ ਜਦੋਂ ਹਲ ਫੜਨਗੇ ਤਾਂ ਹੱਥ ਤਾਂ ਮਿੱਟੀ ਨਾ ਭਰਨਗੇ ਹੀ ਨਾ। ਹੁਣ ਗੁਰੂ ਨਾਨਕ ਦੇ ਜਦੋਂ ਇਸ ਤਰੀਕੇ ਨਾਲ ਕੀਤਾ ਹੁੰਦਾ ਨਾ ਤਾਂ ਦੇਖਿਓ ਕਿ ਹੱਥ ਦੇ ਉੱਤੇ ਪੂਰੀ ਮਿੱਟੀ ਲੱਗੀ ਹੋਈ ਆ, ਹੈ ਨਾ, ਅਤੇ ਪਸੀਨਾ ਵੀ ਆਇਆ ਹੋਇਆ ਆ ਉਹਨਾਂ ਦੇ, ਜਿਹੜਾ ਉਹਨਾਂ ਨੇ ਉੱਤੋਂ ਕੁੜਤਾ ਪਾਇਆ ਹੋਊਗਾ ਉਹਦੇ ਵਿੱਚ ਪਸੀਨੇ ਦੇ ਨਾਲ ਉਹ ਨਾਲ ਚਿਪਕਿਆ ਵੀ ਹੋਇਆ। ਗੁਰੂ ਨਾਨਕ ਨੂੰ ਇਸ ਤਰੀਕੇ ਨਾਲ ਇਮੈਜਿਨ ਕਰਨ ਦੀ ਕੋਸ਼ਿਸ਼ ਕਰਿਓ, ਕੋਸ਼ਿਸ਼ ਕਰਕੇ ਦੇਖਿਓ ਕਿ ਤੁਸੀਂ ਕਿਆ ਗੁਰੂ ਨਾਨਕ ਨੂੰ ਇੱਦਾਂ ਇਮੈਜਿਨ ਕਰ ਪਾਉਂਦੇ ਹੋ, ਔਰ ਸਾਨੂੰ ਫਿਰ ਪਤਾ ਲੱਗੂਗਾ ਕਿ ਸਾਡੇ ਦਿਮਾਗ ਦੇ ਉੱਤੇ ਕਿਸ ਤਰੀਕੇ ਨਾਲ ਇਹਨਾਂ ਫੋਟੋਗ੍ਰਾਫਸ ਨੇ ਚੋਟ ਕੀਤੀ ਆ, ਔਰ ਅਸੀਂ ਆਪਣੀ ਸਿੱਖੀ ਜੋ ਸਾਨੂੰ ਗੁਰੂ ਨਾਨਕ ਨੇ ਦਿੱਤੀ ਸੀ, ਜੋ ਸਾਂਝੀ ਸੀ, ਉਹਨੂੰ ਕਿਸ ਤਰੀਕੇ ਨਾਲ ਤੋੜ ਲਿਆ ਆ। ਇਹੀ ਕਾਰਨ ਆ ਕਿ ਅੱਜ ਸਿਕਲੀਗਰ ਸਿੱਖਾਂ ਨੂੰ ਵੇਖ ਕੇ ਸਾਨੂੰ ਦਇਆ ਨਹੀਂ ਆਉਂਦੀ, ਅਤੇ ਬਾਕੀ ਹੋਰ ਦੁਨੀਆ ਦੇ ਵਿੱਚ ਕਿਤੇ ਵੀ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਸਾਨੂੰ ਲੱਗਦਾ ਕਿ ਨਹੀਂ ਸਾਨੂੰ ਉੱਥੇ ਜਾਣਾ ਚਾਹੀਦਾ, ਜੋ ਕਿ ਜਾਣਾ ਵੀ ਚਾਹੀਦਾ। ਮੈਂ ਇਸ ਗੱਲ ਦੇ ਬਿਲਕੁਲ ਖਿਲਾਫ ਹਾਂ ਕਿ ਜਿਹੜੇ ਕੁਛ ਲੋਕ ਜਿੱਦਾਂ ਕਹਿ ਦਿੰਦੇ ਆ ਕਿ ਨਹੀਂ ਜੀ ਉਹ ਬਾਹਰ ਨਾ ਤੁਸੀਂ ਸੇਵਾ ਕਰੋ, ਆਪਣੇ ਲੋਕਾਂ ਦੀ ਸੇਵਾ ਕਰੋ। ਨਹੀਂ, ਗੁਰੂ ਨਾਨਕ ਦੀ ਸਿੱਖੀ ਸਭ ਲਈ ਸਾਂਝੀ ਆ, ਔਰ ਜਿੱਥੇ ਸੇਵਾ ਦੀ ਗੱਲ ਆਊਗੀ ਉੱਥੇ ਉਹ ਕਿਸੇ ਨੂੰ ਵੀ, ਚਾਹੇ ਉਹ ਜਜ਼ਦੀ ਲੋਕਾਂ ਨੂੰ ਲੋੜ ਪਵੇ, ਚਾਹੇ ਉਹ ਆਸਟ੍ਰੇਲੀਆ ਦੇ ਵਿੱਚ ਬੁਸ਼ ਫਾਇਰ ਹੋਏ, ਚਾਹੇ ਉਹ ਜੋ ਮਰਜ਼ੀ ਹੋਵੇ, ਜਿੱਥੇ ਵੀ ਲੋੜ ਪਊਗੀ ਗੁਰੂ ਨਾਨਕ ਦਾ ਲੰਗਰ ਉੱਥੇ ਜਾਣਾ ਚਾਹੀਦਾ। ਪਰ ਅਸੀਂ ਆਪਣੇ ਜਿਹੜੇ ਸਿਕਲੀਗਰ ਸਿੱਖ ਆ, ਸਾਨੂੰ ਉਹਨਾਂ ਦੇ ਕੋਲੋਂ ਜਾਂ ਜਿਹੜੇ ਹੋਰ ਵੀ, ਸਾਨੂੰ ਉਹਨਾਂ ਦੇ ਕੋਲੋਂ ਮੁਸ਼ਕ ਕਿਉਂ ਆਉਣ ਲੱਗ ਗਿਆ? ਕਿਉਂਕਿ ਇਹ ਜਿਹੜੀਆਂ ਫੋਟੋਗ੍ਰਾਫਸ ਹੈ ਉਹਨਾਂ ਸਾਡੇ ਦਿਮਾਗ ਦੇ ਵਿੱਚ ਇੱਕ ਘੜ ਦਿੱਤਾ ਕਿ ਗੁਰੂ ਨਾਨਕ ਪਾਤਸ਼ਾਹ ਇੱਦਾਂ ਦੇ ਸੀ। ਅਤੇ ਇਹ ਜਿਹੜੇ ਮਾੜੇ ਧਾੜੇ ਜਿਹੇ ਲੋਕ ਹੈ ਨਾ, ਜਿਨ੍ਹਾਂ ਦੇ ਕੱਪੜੇ ਵੀ ਪਾਟੇ ਹੋਏ ਆ, ਜਿਨ੍ਹਾਂ ਦੀ ਦਸਤਾਰ ਵੀ ਮੈਲੀ ਆ, ਇਹ ਤਾਂ ਪਤਾ ਨਹੀਂ ਕਿਹੜੇ ਆ, ਉਹ ਕੈਟਾਗਰੀਜ਼ ਦੇ ਵਿੱਚ ਆਪਾਂ ਵੰਡੇ ਗਏ। ਸੋ ਇੰਨੀ ਕੁ ਮੇਰੀ ਜਿਹੜੀ ਬੇਨਤੀ ਆ ਉਹ ਪ੍ਰਵਾਨ ਕਰੋ। ਮੇਰੇ ਕੋਲੋਂ ਅਨੇਕਾਂ ਹੀ ਭੁੱਲਾਂ ਹੋਈਆਂ ਹੋਣਗੀਆਂ, ਹੁੰਦੀਆਂ ਵੀ ਨੇ, ਸ਼ਾਇਦ ਮੈਂ ਕਈ ਵਾਰੀ ਮੈਨੂੰ ਇਹ ਵੀ ਲੱਗਦਾ ਹੁੰਦਾ ਕਿ ਮੈਂ ਆਪਣੀ ਔਕਾਤ ਤੋਂ ਵੱਧ ਵੀ ਬੋਲ ਜਾਂਦੀ ਹਾਂ, ਜੋ ਮੇਰੀ ਜ਼ੁਬਾਨ ਦੀ ਔਕਾਤ ਨਹੀਂ ਮੈਂ ਉਹ ਵੀ ਬੋਲ ਜਾਂਦੀ ਹਾਂ, ਕਿਉਂਕਿ ਮੈਂ ਕੋਈ ਨਹੀਂ ਹੁੰਦੀ ਕਿਸੇ ਨੂੰ ਜੱਜ ਕਰਨ ਵਾਲੀ। ਪਰ ਫਿਰ ਵੀ ਜਿੰਨਾ ਕੁ ਮੇਰਾ ਅੰਤਰ ਮਨ ਕਹਿੰਦਾ ਆ, ਜਿੰਨਾ ਕੁ ਮੈਨੂੰ ਲੱਗਦਾ ਹੈ ਕਿ ਗੁਰੂ ਨਾਨਕ ਦੀ ਸਿੱਖੀ ਨੂੰ ਜੇ ਕਿਸੇ ਨੇ ਨੈਰੋ ਡਾਊਨ ਕੀਤਾ ਤਾਂ ਉਸ ਖੁਦ ਸਿੱਖਾਂ ਨੇ ਕੀਤਾ ਆ, ਔਰ ਉਹ ਨੈਰੋ ਡਾਊਨ ਹੋਰ ਕਿਸੇ ਤਰੀਕੇ ਨਾਲ ਨਹੀਂ। ਜਿਹੜੀ ਅੱਜ ਕੱਲ੍ਹ ਗੱਲ ਚੱਲਦੀ ਹੈ ਨਾ ਕਿ ਸੈਂਸਸ ਦੇ ਵਿੱਚ ਸਿੱਖ ਲਿਖ ਦਿੱਤਾ ਅਤੇ ਗੁਰੂ ਨਾਨਕ ਦੀ ਸਿੱਖੀ ਨੈਰੋ ਹੋ ਜਾਣੀ ਆ, ਉਹ ਉਹਦੇ ਨਾਲ ਨੈਰੋ ਨਹੀਂ ਹੋਣੀ। ਗੁਰੂ ਨਾਨਕ ਦੀ ਸਿੱਖੀ ਨੈਰੋ ਉਦੋਂ ਹੁੰਦੀ ਆ ਜਦੋਂ ਅਸੀਂ ਆਪਣੇ ਸਿੱਖਾਂ ਦੇ ਵਿੱਚ ਹੀ ਭੇਦ ਵੇਖਣੇ ਸ਼ੁਰੂ ਕਰ ਦਿੰਦੇ ਹਾਂ, ਜਦੋਂ ਅਸੀਂ ਇੱਕ ਹਾਈਫਨ ਪਾ ਕੇ ਦੇਖਣਾ ਸ਼ੁਰੂ ਕਰ ਦਿੰਦੇ ਹਾਂ, ਉਹ ਫਲਾਣਾ ਸਿੱਖ, ਉਹ ਢਮਕਾਣਾ ਸਿੱਖ, ਉਹ ਉਹਦੇ ਵਿੱਚ ਆਉਂਦਾ। ਤਾਂ ਉਹ ਆਉਂਦਾ ਸਿਰਫ ਇਸ ਕਰਕੇ ਆ ਕਿਉਂਕਿ ਅਸੀਂ ਇਹਨਾਂ ਗਾਈਡਲਾਈਨਸ ਤੋਂ ਉਰਾਂ ਪਰਾਂ ਹੋ ਗਏ ਹਾਂ। ਅਸੀਂ ਜਿਹੜੀ ਸਾਡੇ ਧਰਮ ਨੇ ਸਾਨੂੰ ਗਾਈਡਲਾਈਨਸ ਦਿੱਤੀਆਂ ਸੀਗੀਆਂ ਉਸ ਤੋਂ ਪਾਸੇ ਹੋ ਗਏ ਹਾਂ। ਸਾਨੂੰ ਜੋ ਅਸੀਂ ਧਰਮ ਨੂੰ ਬੇਸਿਕਲੀ ਰੂਹਾਨੀਅਤ, ਅਧਿਆਤਮ ਅਤੇ ਧਰਮ ਨੂੰ ਇੱਕੋ ਕਰਕੇ ਜਾਣ ਲਿਆ, ਜਦ ਕਿ ਧਰਮ ਉਹ ਸੈੱਟ ਆਫ ਬਿਲੀਵ ਸੀ, ਉਹ ਪ੍ਰਿੰਸੀਪਲ ਸੀ ਜਿਨ੍ਹਾਂ ਦੇ ਉੱਤੇ ਚੱਲਦੇ ਹੋਏ ਤੁਸੀਂ ਆਪਣੀ ਜ਼ਿੰਦਗੀ ਦਾ ਨਿਰਵਾਹ ਕਰਨਾ ਸੀਗਾ। ਔਰ ਉਹ ਜਿਹੜੇ ਨਿਯਮ ਨੇ ਜੋ ਗੁਰੂ ਨਾਨਕ ਪਾਤਸ਼ਾਹ ਤੁਹਾਨੂੰ ਦਿੰਦੇ ਨੇ ਉਹ ਹੈ ਨਿਰਵੈਰ ਅਤੇ ਨਿਰਭਉ ਦੇ, ਉਹਨਾਂ ਨਿਯਮਾਂ ਦੇ ਉੱਤੇ ਚੱਲਣਾ ਸੀ ਆਪਾਂ। ਪਰ ਆਪਾਂ ਹਰ ਇੱਕ ਚੀਜ਼ ਨੂੰ ਅਗਰ ਆਪਾਂ ਇੱਕ ਲੈਵਲ ਦੇ ਉੱਤੇ ਲਿਆ ਕੇ ਡੀਕਨਸਟਰਕਟ ਕਰਨਾ ਸ਼ੁਰੂ ਕਰੀਏ ਨਾ ਤਾਂ ਸਾਨੂੰ ਸਮਝ ਆਉਣੀ ਸ਼ੁਰੂ ਹੋ ਜੂਗੀ ਕਿ ਕਿਸ ਤਰੀਕੇ ਨਾਲ ਅਸੀਂ ਇਹਨਾਂ ਬਾਈਨਰੀਜ਼ ਦੇ ਵਿੱਚ ਗਰੀਬ, ਅਮੀਰ, ਗੋਰਾ, ਕਾਲਾ, ਵੱਡਾ, ਛੋਟਾ, ਹੈ ਨਾ, ਪਹੁੰਚ ਵਾਲਾ, ਨਾ ਪਹੁੰਚ ਵਾਲਾ, ਇਹਨਾਂ ਕੈਟਾਗਰੀਜ਼ ਵਿੱਚ ਆਪਾਂ ਕਿੱਦਾਂ ਵੰਡੇ ਗਏ। ਸਾਨੂੰ ਹੌਲੀ ਹੌਲੀ ਸਮਝ ਆਉਣੀ ਸ਼ੁਰੂ ਹੋ ਜੂਗੀ ਜੇ ਆਪਾਂ ਇੱਕ ਇੱਕ ਚੀਜ਼ ਨੂੰ ਚਿੱਥਣਾ ਸ਼ੁਰੂ ਕਰ ਦਈਏ ਤਾਂ। ਖੈਰ ਇੰਨੀ ਕੁ ਅੱਜ ਜਿਹੜੀ ਮੇਰੀ ਬੇਨਤੀਆਂ ਪ੍ਰਵਾਨ ਕਰਨਾ, ਕੋਈ ਵੀ ਗਲਤੀ ਹੋ ਗਈ ਹੋਵੇ ਮੈਂ ਦੋਨੋਂ ਹੱਥ ਜੋੜ ਕੇ ਸਾਰੀ ਸੰਗਤ ਕੋਲੋਂ ਮਾफ़ੀ ਮੰਗਦੀ ਹਾਂ, ਕਿਉਂਕਿ ਬਾਰ-ਬਾਰ ਮੈਂ ਕਹਿੰਦੀ ਹਾਂ ਕਿ ਮੇਰੀ ਸ਼ਾਇਦ ਔਕਾਤ ਵੀ ਨਹੀਂ, ਨਾ ਮੱਤ ਦੀ ਨਾ ਬੁੱਧ ਦੀ, ਪਰ ਜੋ ਗੁਰੂ ਨਾਨਕ ਪਾਤਸ਼ਾਹ ਜਿਸ ਤਰੀਕੇ ਦੀ ਸੇਵਾ ਉਹ ਲੈਣਾ ਚਾਹੁਣ ਹਾਜ਼ਰ ਆ। ਇਹ ਜਿਹੜੇ ਵੀ ਜੋ ਮੈਂ ਆਪਣੇ ਵਿਚਾਰ ਸਾਂਝੇ ਕਰਦੀ ਹਾਂ ਉਹ ਜਿਸ ਤਰੀਕੇ ਨਾਲ ਮੈਨੂੰ ਸਮਝ ਆਉਂਦੀ ਹੈ ਮੈਂ ਕਰ ਦਿੰਦੀ ਹਾਂ। ਹੋ ਸਕਦਾ ਤੁਹਾਡੇ 'ਚੋਂ ਬਹੁਤਿਆਂ ਨੂੰ ਇਹ ਲੱਗਦਾ ਹੋਵੇ ਕਿ ਇਹ ਗਲਤ ਆ। ਅਗਰ ਇਸ ਤਰ੍ਹਾਂ ਲੱਗਦਾ ਤਾਂ ਤੁਸੀਂ ਸਾਨੂੰ ਲਿਖ ਸਕਦੇ ਆ। ਅਗਰ ਤੁਹਾਨੂੰ ਲੱਗਦਾ ਮੈਂ ਕੋਈ ਗੱਲ ਗਲਤ ਬੋਲੀ ਆ ਤਾਂ ਲਿਖ ਕੇ ਮੈਨੂੰ ਜ਼ਰੂਰ ਦੱਸੋ ਕਿ ਤੂੰ ਆਹ ਗਲਤ ਬੋਲੀ ਆ, ਔਰ ਇਹਦਾ ਸਹੀ, ਔਰ ਉਹਦੇ ਨਾਲ ਸਹੀ ਵੀ ਉਹਦਾ ਦੱਸਿਓ ਕਿ ਸਹੀ ਕੀ ਆ, ਔਰ ਫਿਰ ਉਸ ਚੀਜ਼ ਨੂੰ ਵੀ ਮੈਂ ਇਸ ਪ੍ਰੋਗਰਾਮ ਦੇ ਵਿੱਚ ਇਨਕਲੂਡ ਕਰੂੰਗੀ। ਅਗਲਾ ਜਿਹੜਾ ਐਪੀਸੋਡ ਹੋਊਗਾ ਉਹਦੇ ਵਿੱਚ ਆਪਾਂ ਅਧਿਆਤਮ ਦੀ ਗੱਲ ਕਰਾਂਗੇ। ਅੱਜ ਦੇ ਵਿੱਚ ਤਾਂ ਸਿਰਫ ਧਰਮ ਦੀ ਗੱਲ ਹੋਈ,
ਅਗਲੇ ਐਪੀਸੋਡ ਦੇ ਵਿੱਚ ਮੈਂ ਕੋਸ਼ਿਸ਼ ਕਰੂੰਗੀ ਕਿ ਆਪਾਂ ਅਧਿਆਤਮ ਦੀ ਗੱਲ ਕਰੀਏ, ਤਾਂ ਕਿ ਸਾਨੂੰ ਪਤਾ ਲੱਗੇ ਕਿ ਗੁਰੂ ਨਾਨਕ ਪਾਤਸ਼ਾਹ ਸਾਨੂੰ ਕਹਿੰਦੇ ਕੀ ਆ, ਧਰਮ ਸਾਡਾ ਕੀ ਆ ਤੇ ਅਧਿਆਤਮ ਸਾਡਾ ਕੀ ਆ। ਇਹਨਾਂ ਗੱਲਾਂ ਨੂੰ ਔਰ ਇਕੱਠੇ ਕਿਵੇਂ ਹੁੰਦੇ ਆ, ਸਿੱਖ ਲਈ ਇਕੱਠੇ ਕਿਵੇਂ ਹੋਣੇ ਆ, ਇਹਨਾਂ ਚੀਜ਼ਾਂ ਦੇ ਉੱਤੇ ਆਪਾਂ ਅਗਲੇ ਐਪੀਸੋਡ ਦੇ ਵਿੱਚ ਡਿਸਕਸ਼ਨ ਕਰਾਂਗੇ। ਮੇਰੇ ਕੋਲੇ ਕੋਈ ਵੀ ਗਲਤੀ ਹੋਏ, ਮੈਂ ਇੱਕ ਵਾਰੀ ਹੋ ਗਈ ਹੋਵੇ, ਮੈਂ ਇੱਕ ਵਾਰੀ ਫਿਰ ਤੋਂ ਸਾਰੀ ਸੰਗਤ ਕੋਲੋਂ ਮਾफ़ੀ ਮੰਗਦੀ ਹਾਂ ਜੀ। ਪਰ ਮੈਨੂੰ ਲਿਖ ਕੇ ਜ਼ਰੂਰ ਦੱਸੋ ਕਿ ਅਗਰ ਕੋਈ ਗਲਤੀ ਹੈ ਜਾਂ ਕੁਝ ਐਡ ਕਰਨਾ, ਜਾਂ ਤੁਸੀਂ ਚਾਹੁੰਦੇ ਆ ਕਿ ਮੈਂ ਕੁਝ ਡਿਲੀਟ ਕਰ ਦਿੰਦੀ, ਤਾਂ ਉਹ ਜ਼ਰੂਰ ਮੈਨੂੰ ਲਿਖ ਕੇ ਭੇਜਿਓ। ਇੰਨੀਆਂ ਗੱਲਾਂ ਕਰਦੀ ਹੋਈ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।